ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਪ੍ਰੋਗਰਾਮ ਪੰਜਾਬ ਅਬਰੋਡ ਲੈ ਕੇ ਮੈਂ ਹਾਜ਼ਰ ਹਾਂ। ਅੱਜ ਅਸੀਂ ਗੱਲ ਕਰਾਂਗੇ ਉਹ ਮੁਲਕ ਬਾਰੇ ਜਿਹੜਾ ਹੈ ਇਹ ਕਹਿ ਲਓ ਕਿ ਬਹੁਤ ਪੁਰਾਣੇ ਸਮੇਂ ਤੋਂ ਡਿਵੈਲਪ ਹੈ। ਮੈਂ ਇੰਗਲੈਂਡ ਬਾਰੇ ਗੱਲ ਕਰਾਂਗਾ, ਉਹਦੀ ਇਮੀਗ੍ਰੇਸ਼ਨ ਪਾਲਿਸੀ ਬਾਰੇ ਗੱਲ ਕਰਾਂਗਾ ਅਤੇ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਐਕਸਪਰਟ ਨੇ ਅਰਵਿੰਦਰਪਾਲ ਸਿੰਘ ਜੀ। ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਖਹਿਰਾ ਸਾਹਿਬ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ, ਜਦੋਂ ਅਸੀਂ ਗੱਲ ਕਰਦੇ ਹਾਂ ਇੰਗਲੈਂਡ ਦੀ, ਅਤੇ ਪਹਿਲਾਂ ਇੰਗਲੈਂਡ ਤੁਰਨ ਤੋਂ ਪਹਿਲਾਂ ਮੈਨੂੰ ਲੱਗਦਾ ਜਿਹੜੀ ਕੱਲ੍ਹ ਇੱਕ ਨਿਊਜ਼ ਆਈ ਹੈ, ਮੌਂਟਰੀਅਲ ਦੀ ਨਿਊਜ਼ ਆਈ ਹੈ ਕਿ ਬਹੁਤ ਸਾਰੇ ਕਾਲਜ ਜਿਹੜੇ ਨੇ ਉਹਨਾਂ ਦੇ ਵਿੱਚ ਕੋਈ ਹੇਰ-ਫੇਰ ਹੋਇਆ ਹੈ ਅਤੇ ਉਸ ਤੋਂ ਬਾਅਦ ਜਿਹੜੇ ਹੈ ਉਹਨਾਂ ਦੇ ਉੱਤੇ ਜਿਹੜਾ ਕਲੀਅਰੈਂਸ ਸਰਟੀਫਿਕੇਟ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉਹ ਉੱਤੇ ਬੈਨ ਲਾ ਦਿੱਤਾ ਹੈ। ਇਹ ਖਬਰ ਹੈ ਕਿ ਅਤੇ ਇਹਦਾ ਕੀ ਜਿਹੜਾ ਅਸਰ ਪਊਗਾ? ਖਹਿਰਾ ਸਾਹਿਬ, ਜਿਹੜਾ ਕਿਊਬੈਕ ਬੇਸਿਕਲੀ ਕੈਨੇਡਾ ਦਾ ਉਹ ਵਾਲਾ ਹਿੱਸਾ ਆ ਜਿਹਦੇ ਵਿੱਚ ਸਟੇਟ ਦੀ ਖੁਦ ਮੁਖਤਿਆਰੀ ਜ਼ਰੂਰਤ ਤੋਂ ਜ਼ਿਆਦਾ ਆ। ਸੋ ਬੇਸਿਕਲੀ ਸਾਰੀਆਂ ਸਟੇਟਸ ਉੱਥੇ ਇੰਡੀਪੈਂਡੈਂਟਲੀ ਕੰਮ ਕਰਦੀਆਂ ਨੇ। US ਵਾਂਗੂ ਕੈਨੇਡਾ ਦੇ ਵਿੱਚ ਵੀ ਸਭ ਦੇ ਕੋਲ ਅਧਿਕਾਰ ਨੇ, ਪਰ ਜਿਹੜੀ ਕਿਊਬੈਕ ਦੀ ਗਵਰਨਮੈਂਟ ਆ, ਕਿਊਬੈਕ ਦੇ ਵਿੱਚ ਜਦੋਂ ਵੀ ਕੋਈ ਇੰਟਰਨੈਸ਼ਨਲ ਸਟੂਡੈਂਟਸ ਪੜ੍ਹਨ ਜਾਣਾ ਚਾਹੁੰਦਾ ਹੈ ਉਹਨੂੰ ਕਿਊਬੈਕ ਦੇ ਕੋਲੋਂ ਸਪੈਸ਼ਲ ਸਰਟੀਫਿਕੇਸ਼ਨ ਚਾਹੀਦੀ ਹੈ ਜੀ। ਉਹਨੂੰ ਅਸੀਂ CAQ ਬੋਲਦੇ ਹਾਂ। ਉਹ ਬੇਸਿਕਲੀ ਕਲੀਅਰੈਂਸ ਸਰਟੀਫਿਕੇਟ ਕਹਿ ਲਓ ਜਾਂ ਸਰਕਾਰ ਵੱਲੋਂ ਮਨਜ਼ੂਰੀ ਕਹਿ ਲਓ। ਸੋ CAQ ਇਜ਼ ਅ ਫਾਈਨਲ ਡਾਕੂਮੈਂਟ। ਤੁਸੀਂ ਪਹਿਲਾਂ ਸਟੇਟ ਗਵਰਨਮੈਂਟ ਕੋਲੋਂ ਤੁਸੀਂ ਅਪਰੂਵਲ ਲੈਂਦੇ ਹੋ, ਉਸ ਤੋਂ ਬਾਅਦ ਤੁਸੀਂ ਜਿਹੜਾ ਫੈਡਰਲ ਪਾਲਿਸੀ ਦੇ ਅਧੀਨ ਤੁਸੀਂ ਆਪਣੇ ਵੀਜ਼ਾ ਨੂੰ ਅਪਲਾਈ ਕਰਦੇ ਹੋ, ਜੋ ਕਿ ਕੈਨੇਡੀਅਨ ਗਵਰਨਮੈਂਟ ਦੇ ਕੋਲ ਕਰਦੇ ਹੋ ਜੀ। ਸੋ ਹੋਇਆ ਕੀ ਹੈ ਕਿ ਪਿਛਲੇ 2 ਸਾਲ ਤੋਂ ਕਿਊਬੈਕ ਪਹਿਲੀ ਡੈਸਟੀਨੇਸ਼ਨ ਬਣ ਗਿਆ ਕੈਨੇਡਾ ਦੇ ਵਿੱਚ। ਬਿਕੋਜ਼ ਇਸ ਤੋਂ ਪਹਿਲਾਂ ਸਾਡੇ ਸਭ ਤੋਂ ਵੱਧ ਸਟੂਡੈਂਟਸ ਬਰੈਂਪਟਨ, ਟੋਰਾਂਟੋ, ਯਾਨੀ ਕਿ ਗ੍ਰੇਟਰ ਟੋਰਾਂਟੋ ਏਰੀਆ ਜਿਹੜਾ ਰੀਜਨ ਸੀ, ਸਭ ਉੱਥੇ ਜਾਂਦੇ ਸੀ, ਜਾਂ ਕੋਈ ਸਟੂਡੈਂਟਸ ਵੈਨਕੂਵਰ, ਸਰੀ ਵਾਲੇ ਪਾਸੇ ਨੂੰ ਜਾਂਦੇ ਸੀ। ਸੋ ਸਾਡਾ ਕਿਊਬੈਕ ਦੇ ਵਿੱਚ ਕੋਈ ਆਧਾਰ ਨਹੀਂ ਸੀ ਸਾਡੇ ਲੋਕਾਂ ਦਾ ਜਾਂ ਪੰਜਾਬ ਤੋਂ ਜਿਹੜੀ ਸ਼ਮੂਲੀਅਤ ਹੈ। ਪਰ ਇੱਕ ਪਾਲਿਸੀ ਨਵੀਂ ਸੀਗੀ ਜਿਹਦਾ ਸਾਨੂੰ ਜਦੋਂ ਵੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਪਤਾ ਲੱਗਾ, ਉਹਦੇ ਵਿੱਚ ਕੀ ਆ ਕਿ ਸਾਰੇ ਜਿੰਨੇ ਵੀ ਪਬਲਿਕ ਕਾਲਜਸ ਨੇ ਆਲ ਓਵਰ ਕੈਨੇਡਾ ਦੇ, ਉਹ ਤੁਹਾਨੂੰ 6 ਬੈਂਡ ਤੋਂ ਥੱਲੇ ਨਹੀਂ ਲੈਂਦੇ ਜੀ। ਓਵਰਆਲ ਸਾਰੇ 4 ਮੋਡਿਊਲਸ ਦੇ ਵਿੱਚੋਂ ਆਈਲੈਟਸ ਤੁਹਾਡੇ ਕੋਲ 6 ਬੈਂਡ ਹੋਣ ਤਾਂ ਤੁਹਾਨੂੰ ਉਹ ਲੈਂਦੇ ਜਾਂ ਓਵਰਆਲ ਤੁਹਾਡਾ 6.5 ਕੁਛ ਇਦਾਂ ਦਾ। ਹਾਂ, ਮਤਲਬ ਮਿਨੀਮਮ 6 ਚਾਹੀਦੇ ਆ, ਘੱਟੋ ਘੱਟ ਸਾਰਿਆਂ 'ਚ 6 ਹੋਣ ਤਾਂ ਤੁਹਾਨੂੰ ਕੋਈ ਕਾਲਜ ਲਏਗਾ ਜੀ। ਔਰ ਇਹ ਜਿੰਨੇ ਪਬਲਿਕ ਕਾਲਜਸ ਆਪਾਂ ਕਮਿਊਨਿਟੀ ਕਾਲਜਸ ਹੈ ਜਾਂ ਜਿੰਨੇ ਤਕਰੀਬਨ ਸਰਕਾਰੀ ਜਾਂ ਅਰਧ ਸਰਕਾਰੀ ਕਾਲਜਸ ਨੇ, ਉਹਨਾਂ ਦੇ ਕੋਲ ਹੀ ਇਹ ਰਾਈਟ ਸੀਗਾ ਪੂਰੇ ਕੈਨੇਡਾ ਦੇ ਵਿੱਚ ਕਿ ਜਦੋਂ ਤੁਹਾਡੀ ਪੜ੍ਹਾਈ 2 ਸਾਲ ਦੀ ਕੰਪਲੀਟ ਹੋਏਗੀ, ਉਸ ਤੋਂ ਬਾਅਦ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਦਾ ਅਧਿਕਾਰ ਮਿਲੇਗਾ। ਸੋ ਅਗਰ ਤੁਸੀਂ ਕਿਤੇ ਨਾ ਕਿਤੇ ਊਣਤਾ ਹੀ ਰਹਿੰਦੀ ਸੀ ਪ੍ਰੋਫਾਈਲ ਦੇ ਵਿੱਚ, ਤੁਹਾਡੇ ਕੋਲ ਗੈਪ ਜ਼ਿਆਦਾ ਹੋ ਗਿਆ ਜਾਂ ਤੁਹਾਡੇ ਕੋਲ ਇੱਕ ਦੇ ਮੋਡਿਊਲ 'ਚ ਜਿਹੜੇ ਪੁਆਇੰਟ ਡਿਪ ਕਰ ਗਏ, ਵੀ ਤੁਹਾਡੇ ਕੋਲ ਇੱਕ 'ਚ 5 ਰਹਿ ਗਏ ਜਾਂ 5.5 ਰਹਿ ਗਏ, ਕੁਛ ਨਾ ਕੁਛ ਇੱਦਾਂ ਦਾ, ਸੋ ਤੁਹਾਨੂੰ ਉਹ ਪ੍ਰਾਈਵੇਟ ਕਾਲਜ ਜਾਣਾ ਪੈਂਦਾ ਸੀ। ਸੋ ਤੁਸੀਂ ਟੋਰਾਂਟੋ, ਬਰੈਂਪਟਨ ਜਾਂ ਕਿਸੇ ਵੀ ਏਰੀਆ ਦੇ ਤੁਸੀਂ ਪ੍ਰਾਈਵੇਟ ਕਾਲਜ ਜਾਂਦੇ ਸੀ। ਸੋ ਦਿੱਕਤ ਉੱਥੇ ਕੀ ਸੀ ਕਿ ਜਦੋਂ ਤੁਸੀਂ ਪ੍ਰਾਈਵੇਟ ਕਾਲਜ ਵਿੱਚ ਜਾਂਦੇ ਆ, ਉੱਥੇ ਫਿਰ ਤੁਹਾਡੇ ਕੋਲ ਵਰਕਿੰਗ ਰਾਈਟਸ ਨਹੀਂ ਰਹਿੰਦੇ ਬਾਅਦ 'ਚ। ਸੋ PR ਦੀ ਸਮੱਸਿਆ ਖੜ ਗਈ। ਬਿਕੋਜ਼ ਤੁਸੀਂ ਪੜ੍ਹੇ ਤੇ ਵਾਪਸ ਮੁਲਕ 'ਚ ਆ ਜਾਓ, ਤੁਹਾਡਾ ਜਿਹੜਾ ਵੀਜ਼ਾ ਐਕਸਟੈਂਡ ਆ ਜਾਂ ਜਿਹੜਾ ਵਰਕ ਪਰਮਿਟ ਮਿਲਣਾ ਬਾਅਦ 'ਚ, ਜਿਹੜਾ ਕਿ PR ਵੱਲੋਂ ਰਸਤਾ ਜਾਂਦਾ, ਉਹ ਬੰਦ ਹੋ ਗਿਆ। ਇਹ ਰਸਤਾ ਕੱਲਾ ਕਿਊਬੈਕ ਦੇ ਵਿੱਚ ਖੁੱਲ੍ਹਦਾ ਆ ਜੀ। ਕਿਊਬੈਕ ਦੇ ਵਿੱਚ ਜਿੰਨੇ ਵੀ ਪ੍ਰਾਈਵੇਟ ਕਾਲਜਸ ਨਾ ਜਾਂ ਕੋਈ ਵੀ ਕਾਲਜ ਆ, ਕਿਊਬੈਕ ਦੇ ਵਿੱਚ ਸਪੈਸ਼ਲ ਰਾਈਟਸ ਆ ਕਿ ਕੋਈ ਵੀ ਜਿਹੜਾ ਐਜੂਕੇਸ਼ਨ ਇੰਸਟੀਚਿਊਟ ਆ ਜਿਹਦੇ ਕੋਲ ਜਿਹਨੂੰ ਅਸੀਂ ਡੈਜ਼ਿਗਨੇਟਡ ਲਰਨਿੰਗ ਇੰਸਟੀਚਿਊਟ ਕਹਿੰਦੇ ਆ ਜਾਂ DLI ਲਾਇਸੈਂਸ ਬੋਲਦੇ ਆ ਜੀ। ਸੋ ਜਿਸ ਵੀ ਇੰਸਟੀਚਿਊਟ ਕੋਲ DLI ਲਾਇਸੈਂਸ ਹੈਗਾ, ਉਹ ਇੰਟਰਨੈਸ਼ਨਲ ਸਟੂਡੈਂਟਸ ਪਹਿਲੀ ਗੱਲ ਤੇ ਲਿਆ ਸਕਦਾ ਆ ਜੀ, ਮੰਗਵਾ ਸਕਦਾ ਹੈ, ਚਾਹੇ ਉਹਦਾ ਸਾਈਜ਼ ਜਿੱਡਾ ਮਰਜ਼ੀ ਹੈ, ਛੋਟਾ ਵੀ ਹੋ ਸਕਦਾ। ਯੈਸ। ਦੂਸਰੀ ਚੀਜ਼, ਹਰ ਕਾਲਜ ਦੇ ਵਿੱਚ ਤੁਹਾਡੇ ਕੋਲ ਵਰਕਿੰਗ ਰਾਈਟਸ ਨੇ। ਚਾਹੇ ਅਸੀਂ ਪ੍ਰਾਈਵੇਟ ਕਾਲਜ ਪੜ੍ਹਾਈ ਕੀਤੀ, ਚਾਹੇ ਤੁਸੀਂ ਪਬਲਿਕ ਕਾਲਜ ਪੜ੍ਹਾਈ ਕੀਤੀ, ਤੁਹਾਡੇ ਕੋਲ ਉਹੀ ਜਿਹੜਾ ਵਰਕ ਪਰਮਿਟ ਹੈ 3 ਸਾਲ ਵਾਲਾ ਉਹ ਜਿਉਂਦਾ ਆ। ਇਹ 3 ਸਾਲ ਵਾਲਾ ਕਿ 2 ਸਾਲ ਵਾਲਾ ਵੈਲਿਡ ਹੁੰਦਾ? 2 ਸਾਲ ਲਈ ਵੈਲਿਡ ਹੁੰਦਾ ਕਿ 3 ਸਾਲ? 2 ਸਾਲ ਦੀ ਪੜ੍ਹਾਈ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ ਕੈਨੇਡਾ ਦੇ ਵਿੱਚ। ਸੋ ਜਿੰਨੇ ਅੰਡਰਗ੍ਰੈਡ ਸਟੂਡੈਂਟਸ ਜਾਂਦੇ ਨੇ, ਸਭ ਦੀ ਬੇਸਿਕਲੀ ਇਹੀ ਹੁੰਦੀ ਕਿ 2 ਸਾਲ ਪੜ੍ਹਾਂਗੇ, ਉਸ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਜਿਹੜਾ PR ਵੱਲੋਂ ਰਸਤਾ ਜਾਏਗਾ ਜੀ। ਸੋ ਇਹਨੇ ਇੱਕ ਨਵੀਂ ਜਗ੍ਹਾ ਪੈਦਾ ਕਰਤੀ। ਉਹ ਕੀ ਹੋਈ ਕਿ ਬਹੁਤ ਸਾਰੇ ਜਿੰਨੇ ਵੀ ਇਨਵੈਸਟਰਸ ਨੇ ਜੀ, ਉਹਨਾਂ ਨੇ ਹੌਲੀ ਹੌਲੀ ਕੈਨੇਡਾ ਦੇ ਜਿਹੜੇ ਕਿਊਬੈਕ ਰੀਜਨ ਦੇ ਕਾਲਜਸ ਆ ਉਹਦੇ ਉੱਪਰ ਅਧਿਕਾਰ ਜਮਾਉਣੇ ਸ਼ੁਰੂ ਕਰਤੇ ਜੀ। ਸੋ ਕਾਲਜ ਚਾਹੇ ਪੁਰਾਣਾ ਆ, ਬੰਦ ਪਿਆ ਸੀ, ਚਾਹੇ ਕੋਈ ਵੀ ਆ, ਚਾਹੇ ਉਹ ਲਾਈਕ ਕੋਈ ਵੀ ਸਕੂਲ ਸੀ, ਕਾਲਜ ਸੀ, ਇੰਸਟੀਚਿਊਟ ਸੀ, ਕੋਈ ਵੀ ਛੋਟਾ ਸੀ, ਵੱਡਾ ਸੀ, ਉਹ ਸਾਰੇ ਦੇ ਉੱਪਰ ਲੌਬੀ ਇੱਕ ਚੜ੍ਹ ਗਈ ਕਿ ਜਿੰਨੇ ਉਹਨਾਂ ਨੂੰ ਇੰਟਰਨੈਸ਼ਨਲ ਸਟੂਡੈਂਟਸ ਮੰਗਣੇ ਸ਼ੁਰੂ ਕਰਤੇ ਜੀ। ਸੋ ਪਹਿਲਾਂ ਉੱਥੇ ਗਿਣਤੀ ਦੇ 2-4 ਕਾਲਜ ਹੋਇਆ ਕਰਦੇ ਸੀ ਜਿਹਦੇ 'ਚ ਪ੍ਰਾਈਵੇਟ ਸਟੂਡੈਂਟਸ ਜਾਂਦੇ ਸੀਗੇ। ਹੌਲੀ ਹੌਲੀ ਉਹ ਗਿਣਤੀ ਕਾਫੀ ਵੱਧ ਗਈ ਔਰ ਹੌਲੀ ਹੌਲੀ ਜਿਹੜਾ ਕੈਨੇਡਾ ਦੇ ਵਿੱਚ ਕਦੀ ਵੀ ਪ੍ਰਾਈਸ ਵਾਰ ਨਹੀਂ ਸੀ ਹੁੰਦੀ। ਪ੍ਰਾਈਸ ਵਾਰ ਦਾ ਮਤਲਬ ਹੈ ਕਿ ਸਭ ਨੂੰ ਪਤਾ ਕਿ ਯਾਰ 12-13 ਲੱਖ ਰੁਪਇਆ ਜਾਂ ਵੱਧ ਤੋਂ ਵੱਧ 15 ਲੱਖ ਦੀ ਕਾਸਟ ਆ GIC ਪਾ ਕੇ, ਕਿਉਂਕਿ 7-8 ਲੱਖ ਦੇ ਕਰੀਬ ਤੁਹਾਡੀ ਫੀਸ ਜਾਂਦੀ ਸੀ ਔਰ ਜਿਹੜੀ ਉਸ ਤੋਂ 5 ਲੱਖ ਦੇ 5-5.5 ਲੱਖ ਦੇ ਕਰੀਬ ਤੁਹਾਡਾ GIC ਜਾਂਦਾ ਸੀ। ਸੋ ਇਹਨੇ ਉੱਥੇ ਇੱਕ ਪ੍ਰਾਈਸ ਵਾਰ ਨੂੰ
ਜਨਮ ਦੇ ਉਹਦੇ ਨਾਲ ਕੀ ਹੋਇਆ, ਕੋਈ ਕਾਲਜ ਦੀ $10,000 ਫੀਸ ਹੈ, ਕਿਸੇ ਦੀ $5,000 ਫੀਸ ਹੈ। ਸੋ ਜਦੋਂ ਜਿੱਥੇ ਕਾਲਜ ਜਾ ਹੀ ਨਹੀਂ ਸਕਦਾ ਕੋਈ ਬੱਚਾ, ਜਦੋਂ ਉੱਥੇ ਹੜ੍ਹ ਗਿਆ, ਬੱਚਿਆਂ ਦਾ ਹਜੂਮ ਗਿਆ, ਤੇ ਉਹ ਜਿਹੜੀਆਂ ਕੋਈ ਪ੍ਰਾਈਵੇਟ ਕੰਪਨੀਆਂ ਨੇ ਸੀ ਉਹ ਕੁਝ ਪੁੱਠੇ ਦੇ ਤਰੀਕੇ ਅਖਤਿਆਰ ਕਰਨ ਲੱਗ ਪਈਆਂ ਜੋ ਕਿ ਐਜੂਕੇਸ਼ਨ ਤੋਂ ਹਟ ਕੇ ਸਿਰਫ ਮਾਰਕੀਟਿੰਗ ਉੱਪਰ ਜਾਂਦੀਆਂ ਸੀਗੀਆਂ। ਕਿ ਟਾਰਗੇਟ ਕੀ ਹੋ ਗਿਆ ਕਿ ਯਾਰ ਫਲਾਣੇ ਕਾਲਜ ਜੇ 400 ਸਟੂਡੈਂਟ 200 ਸਟੂਡੈਂਟ ਆਇਆ ਤੇ ਇਸ ਸਾਲ ਅਸੀਂ ਵੀ 200 ਲੈ ਆਉਣਾ। ਇਹ ਨਹੀਂ ਹੋਇਆ ਕਿ ਅਸੀਂ 200 ਸਟੂਡੈਂਟ ਨੂੰ ਪੜ੍ਹਾਉਣਾ ਆ। ਸੋ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਐਜੂਕੇਸ਼ਨ ਦਾ ਮਿਆਰ ਹੈ ਕਾਫੀ ਉੱਚਾ ਆ, ਸੋ ਕਿਤੇ ਨਾ ਕਿਤੇ ਉਹਦੇ ਨਾਲ ਕੰਪਰੋਮਾਈਜ਼ ਹੋਇਆ। ਔਰ ਦੂਸਰੀ ਚੀਜ਼ ਇਹ ਹੋਈ ਕਿ ਜਿਹੜੇ ਪ੍ਰਾਈਵੇਟ ਕਾਲਜਸ ਦੇ ਵਿੱਚ ਜਿਹੜਾ ਮਾਰਕੀਟਿੰਗ ਦੀ ਦੌੜ ਆ ਉਹਨੇ ਉਹਨਾਂ ਨੂੰ ਐਜੂਕੇਸ਼ਨ ਇੰਸਟੀਚਿਊਟ ਦੀਆਂ ਚੰਗੀਆਂ ਪਾਲਿਸੀਜ਼ ਉੱਤੋਂ ਥੋੜਾ ਬਹੁਤ ਲੰਬੇ ਕੀਤਾ। ਤੀਸਰੀ ਚੀਜ਼ ਇਹਦੇ ਵਿੱਚ ਇਨਵੈਸਟਰ ਜਿਹੜੇ ਆ ਉਹਨਾਂ ਨੇ ਆਪਣੇ ਫਾਇਦੇ ਲਈ ਕਿਤੇ ਕੋਈ ਮੈਨੂਪਲੇਸ਼ਨਸ ਕਿਸੇ ਕਾਲਜ ਚੋਂ ਕੱਢ ਕੇ ਦੂਜੇ 'ਚ ਪਾ ਕੇ ਕੋਈ ਫੀਸ ਦੀ ਬਦਲੀ, ਕੋਈ ਸਟੂਡੈਂਟਸ ਨੂੰ ਕਮਿਸ਼ਨ ਦੀ ਪੇਸ਼ਕਸ਼ ਕੀਤੀ, ਦੂਜੇ ਹੋਰ ਸਟੂਡੈਂਟ ਪੱਟ ਕੇ ਲਿਆਓ, ਤਾਂ ਉੱਥੇ ਸਭ ਸਟੂਡੈਂਟਸ ਨੇ ਆਪਣਾ ਖਰਚਾ ਚਲਾਉਣਾ ਆ। ਸੋ ਇਹ ਸਾਰਾ ਕੈਨੇਡਾ ਹੁਣ ਗਵਰਨਮੈਂਟ ਦੇ ਨਜ਼ਰ ਦੇ ਵਿੱਚ ਆਇਆ ਕਿ ਜਿੱਥੇ ਮੈਲ ਪ੍ਰੈਕਟਿਸਿਸ ਹੋ ਰਹੀਆਂ, ਜਿੱਥੇ ਛੋਟੇ ਕਾਲਜਸ ਨੇ, ਜਿੱਥੇ ਸਟੂਡੈਂਟਸ ਨੂੰ ਜਿਹੜੇ ਐਜੂਕੇਸ਼ਨ ਦੇ ਜਿਹੜੇ ਹਾਈਐਸਟ ਸਟੈਂਡਰਡਸ ਆ ਉੱਤੋਂ ਵਾਂਝੇ ਕੀਤਾ ਜਾ ਰਿਹਾ। ਸੋ ਉਹਨਾਂ ਨੇ ਇੱਕ ਲਿਸਟ ਜਾਰੀ ਕੀਤੀ ਆ ਕਾਲਜਸ ਦਾ ਬਕਾਇਦਾ ਨਾਮ ਲੈ ਕੇ। ਸੋ 5-6 ਕਾਲਜਸ ਨੇ ਉਸ ਬਕਾਇਦਾ ਕਾਲਜਸ ਦਾ ਨਾਮ ਲੈ ਕੇ ਇਹ ਕਿਹਾ ਗਿਆ ਕਿ ਇਹਨਾਂ ਨੂੰ ਫਿਲਹਾਲ ਜਿਹੜੇ CAQ ਜਾਂ ਜਿਹੜੀ ਅਸੀਂ ਅਪਰੂਵਲ ਦਿੰਦੇ ਸੀ ਉਹਨੂੰ ਅਸੀਂ ਸਸਪੈਂਡ ਕਰਤਾ ਆ। ਸੋ ਫਰਦਰ ਇਹਦੇ ਵਿੱਚ ਫਿਰ ਕੋਈ ਇਨਵੈਸਟੀਗੇਸ਼ਨ ਹੋਏਗੀ, ਫਿਰ ਕੋਈ ਨਵੀਂ ਖਬਰ ਆਏਗੀ ਤਾਂ ਫਿਰ ਆਬਵੀਅਸਲੀ ਉਹਦਾ ਰੁੱਖ ਕਰਾਂਗੇ। ਬਟ ਫਿਲਹਾਲ ਇਹ ਹੀ ਆ ਕਿ ਜਿਹੜੇ ਕਾਲਜਸ ਲਿਸਟ ਕੀਤੇ ਗਏ ਨੇ ਉਹਨਾਂ ਦੇ ਉੱਪਰ ਜਿਹੜੇ ਬੱਚਿਆਂ ਨੇ CAQ ਅਪਲਾਈ ਕੀਤੇ ਸੀ ਉਹ ਫਿਲਹਾਲ ਲਈ ਸਸਪੈਂਡ ਕਰ ਦਿੱਤੇ ਗਏ। ਅੱਛਾ, ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਸਮੇਂ ਲਈ ਹੈ ਇਹ? ਨਹੀਂ, ਸਸਪੈਂਸ਼ਨ ਆਬਵੀਅਸਲੀ ਟੈਂਪਰੇਰੀ ਹੁੰਦੀ ਆ, ਹੋ ਸਕਦਾ ਮੁੜ ਬਹਾਲੀ ਹੋ ਜਾਵੇ, ਹੋ ਸਕਦਾ ਇਹ ਪੱਕੀ ਰੋਕਥਾਮ ਨਹੀਂ ਹੋ ਜਾਵੇ। ਬਟ ਇੱਕ ਚੀਜ਼ ਪੱਕੀ ਆ, ਕੈਨੇਡਾ ਨੇ ਕਦੀ ਕੁਆਲਿਟੀ ਕੰਪਰੋਮਾਈਜ਼ ਨਹੀਂ ਕੀਤਾ, ਨਾ ਹੀ ਸਟੂਡੈਂਟਸ ਨੂੰ ਲੈਣ ਦੇ ਵਿੱਚ ਔਰ ਨਾ ਹੀ ਐਜੂਕੇਸ਼ਨ ਡਿਲੀਵਰ ਕਰਨ ਦੇ ਵਿੱਚ। ਸੋ ਜਿਹੜਾ ਕੰਪਰੋਮਾਈਜ਼ ਵਾਲਾ ਏਰੀਆ ਸੀ ਉਹ ਆਇਡੈਂਟੀਫਾਈ ਹੋ ਗਿਆ। ਸੋ ਇੱਕ ਗੱਲ ਬੜੀ ਪੱਕੀ ਆ ਕਿ ਇੱਥੇ ਸਿਰਫ ਤੇ ਸਿਰਫ ਸੁਧਾਰ ਹੋਣ ਦੀ ਉਮੀਦ ਆ। ਹੁਣ ਇਹ ਕਾਲਜ ਜਿਉਂਦੇ ਰਹਿੰਦੇ ਨੇ, ਖਤਮ ਹੁੰਦੇ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਬਟ ਫਿਲਹਾਲ ਇਹ ਹੈ ਕਿ ਕੁਛ ਨਾ ਕੁਛ ਸਟੂਡੈਂਟਸ ਲਈ ਚੰਗਾ ਹੋਣ ਵਾਲਾ ਜ਼ਰੂਰ ਹੈ। ਬਿਲਕੁਲ। ਅੱਛਾ ਅਰਵਿੰਦਰ ਜੀ, ਜਦੋਂ ਆਪਾਂ ਗੱਲ ਕਰਦੇ ਹਾਂ, ਚਲੋ ਇਹਨਾਂ ਦੀ ਤਾਂ ਬੰਦ ਹੋ ਗਈ, ਫਿਰ ਜੇ ਹੁਣ ਜਿਹਨਾਂ ਨੇ ਅਪਲਾਈ ਕਰ ਛੱਡਿਆ ਸੀ, ਫੀਸਾਂ ਭਰੀਆਂ ਹੋਈਆਂ ਨੇ, ਜਾਂ ਇਹ ਕਹਿ ਲਓ ਕਿ ਬੱਚੇ ਜਿਹੜੇ ਉੱਥੇ ਪੜ੍ਹ ਰਹੇ ਨੇ, ਤੇ ਉਹਨਾਂ ਦਾ ਕੀ ਹੋਊਗਾ? ਸਟੂਡੈਂਟਸ ਰੀਫੰਡ ਲੈ ਸਕਦੇ ਨੇ ਅਗਰ ਬਿਕੋਜ਼ ਜਿਹੜੇ ਪੜ੍ਹ ਰਹੇ ਨੇ ਉਹ ਤੇ ਆਬਵੀਅਸਲੀ ਉਹ ਤੇ ਉੱਥੋਂ ਬਿਹਤਰ ਜਾਣਦੇ ਨੇ ਕਿ ਉਹਨਾਂ ਨੇ ਕਾਲਜ ਸਵਿਚ ਕਰਨਾ ਜਾਂ ਨਹੀਂ ਕਰਨਾ। ਬਿਕੋਜ਼ ਗਵਰਨਮੈਂਟ ਹਮੇਸ਼ਾ ਖਿਆਲ ਰੱਖਦੀ ਹੈ ਕਿ ਸਟੂਡੈਂਟਸ ਦਾ ਲਾਸ ਨਾ ਹੋਵੇ, ਕਿਉਂਕਿ ਕੈਨੇਡਾ ਦੇ ਵਿੱਚ ਹਾਲੇ ਤੱਕ ਕਿਸੇ ਸਟੂਡੈਂਟਸ ਦੀਆਂ ਫੀਸਾਂ ਦਾ ਕੋਈ ਹੇਰ-ਫੇਰ ਨਹੀਂ ਹੋਇਆ। ਇਹ ਇੰਟਰਨੈਸ਼ਨਲ ਅਗਰ ਕਮਿਊਨਿਟੀ ਦੀ ਗੱਲ ਕਰੀਏ ਤਾਂ ਕੱਲਾ UK ਦੇ ਵਿੱਚ ਇੱਕ ਵਾਰੀ ਇਦਾਂ ਦਾ ਹੋਇਆ ਸੀਗਾ। ਸੋ ਕੈਨੇਡਾ ਦੇ ਵਿੱਚ ਅਜੇ ਤੱਕ ਇਦਾਂ ਦਾ ਕਦੀ ਨਹੀਂ ਹੋਇਆ ਕਿ ਸਟੂਡੈਂਟਸ ਨੇ ਫੀਸਾਂ ਭਰੀਆਂ, ਉਹ ਗਈਆਂ ਬੇਕਾਰ ਗਈਆਂ, ਕਾਲਜ ਸਸਪੈਂਡ ਹੋ ਗਿਆ ਤੇ ਕੱਲ ਨੂੰ ਕਹਿਣ ਜੀ ਅਸੀਂ ਨਹੀਂ ਜਾਣਦੇ, ਨਵਾਂ ਕਾਲਜ ਲੈ ਲਓ। ਸੋ ਹਾਲੇ ਤੱਕ ਇਦਾਂ ਦੀ ਕਦੀ ਸਥਿਤੀ ਆਈ ਨਹੀਂ। ਸੋ ਜਿਹੜੇ ਸਟੂਡੈਂਟਸ ਉੱਥੇ ਨੇ ਉਹ ਭਲੀ ਭਾਂਤੀ ਜਾਣਦੇ ਨੇ, ਉਹ ਸਵਿਚ ਕਰ ਸਕਦੇ ਨੇ, ਬਿਕੋਜ਼ ਹੁਣ ਤੇ ਕਈਆਂ ਨੇ ਹਰ ਇੱਕ ਨੂੰ ਆਈਡੀਆ ਹੋ ਜਾਂਦਾ ਕਿ ਕਿਹੜਾ ਚੰਗਾ ਕਿਹੜਾ ਮਾੜਾ, ਬਿਕੋਜ਼ ਇੱਥੋਂ ਜਾਣ ਲੱਗਿਆ ਰਿਸਰਚ ਸਟੂਡੈਂਟਸ ਦੀ ਹਮੇਸ਼ਾ ਘੱਟ ਹੈ। ਜਿਹੜੇ ਸਟੂਡੈਂਟਸ ਨੇ ਅਪਲਾਈ ਕਰਨਾ ਹੈ ਜਾਂ ਜਿਨ੍ਹਾਂ ਦੀ ਫੀਸਾਂ ਗਈਆਂ ਨਾ, ਜਾਂ ਜਿਹੜੇ ਜਿਨ੍ਹਾਂ ਦੀ ਕੇਸ ਅੰਬੈਸੀ ਵਿੱਚ ਵੀ, ਸੋ ਮੇਰੀ ਸਲਾਹ ਇਹੀ ਆ ਕਿ ਅਗਰ ਤੁਸੀਂ ਅੰਬੈਸੀ ਵੀ ਕੇਸ ਪਾਇਆ ਹੋਇਆ ਤਾਂ ਤੁਸੀਂ ਕੇਸ ਵਿਡਰਾਅ ਕਰ ਸਕਦੇ ਹੋ, ਬਿਕੋਜ਼ ਵਿਡਰਾਅਲ ਰਿਫਿਊਜ਼ਲ ਨਹੀਂ ਹੁੰਦੀ, ਉਹਦੇ ਨਾਲ ਤੁਹਾਡੇ ਆਉਣ ਵਾਲੇ ਪ੍ਰੋਫਾਈਲ ਦੇ ਉੱਪਰ ਵੀ ਕੋਈ ਅਸਰ ਨਹੀਂ ਹੁੰਦਾ, ਔਰ ਤੁਸੀਂ ਆਪਣੀਆਂ ਫੀਸ ਦਾ ਰੀਫੰਡ ਲੈ ਕੇ ਕਾਲਜ ਚੇਂਜ ਕਰ ਸਕਦੇ ਹੋ। ਬਿਕੋਜ਼ ਇਹ ਏਰੀਆ ਬਹੁਤ ਜ਼ਿਆਦਾ ਜਿੱਦਾਂ ਕਹਿ ਰਹੇ ਕਿ ਅਸੀਂ ਹਾਈਐਸਟ ਐਜੂਕੇਸ਼ਨ ਸਟੈਂਡਰਡਸ ਵਾਲਾ ਹੈ ਵੀ ਨਹੀਂ। ਸੋ ਔਰ ਇਸੇ ਤਰੀਕੇ ਨਾਲ ਜਿੱਦਾਂ ਕਾਲਜਸ ਦੀ ਦੌੜ ਆ, ਇੱਥੇ ਏਜੰਸੀਜ਼ ਦੀ ਦੌੜ ਆ। ਮਤਲਬ ਸਾਨੂੰ ਕਈ ਵਾਰੀ ਇਦਾਂ ਸੋਚਣਾ ਪੈਂਦਾ ਵੀ ਕੈਨੇਡਾ ਅੱਜ ਕੱਲ੍ਹ ਕਿਹੜੇ ਭਾਅ ਵਿਕਦਾ ਆ, ਵੀ ਇਹ 15 ਲੱਖ ਦਾ ਵਿਕਦਾ, 12 ਲੱਖ ਦਾ ਵਿਕਦਾ, 10 ਲੱਖ ਦਾ ਵਿਕਦਾ, 5 ਲੱਖ ਦਾ ਵਿਕਦਾ। ਬਿਕੋਜ਼ ਤੁਸੀਂ ਟੀਵੀ ਤੇ ਕਮਰਸ਼ੀਅਲਸ ਵੇਖੋਗੇ, ਟੀਵੀ ਦੇ ਉੱਪਰ ਕਮਰਸ਼ੀਅਲਸ ਵੇਖੋਗੇ, ਅਖਬਾਰਾਂ 'ਚ ਵੇਖੋਗੇ, ਸੋਸ਼ਲ ਮੀਡੀਆ ਤੇ ਵੇਖੋਗੇ, ਕੋਈ ਦਾਵਾ ਕਰੂਗਾ ਜੀ ਮੈਂ 15 ਲੱਖ 'ਚ ਭੇਜਦਾ, ਕੋਈ ਦਾਵਾ ਕਰੂਗਾ ਜੀ ਮੈਂ 12 ਲੱਖ 'ਚ ਭੇਜਦਾ, ਕੋਈ ਕਹੂਗਾ ਜੀ ਮੈਂ 3 ਲੱਖ 'ਚ ਭੇਜਦਾ। ਸੋ ਇਹ ਐਜੂਕੇਸ਼ਨ ਦਾ ਬਾਜ਼ਾਰ ਦਾ ਮਤਲਬ ਬਜ਼ਾਰੀਕਰਨ ਹੋ ਗਿਆ, ਇਹ ਥੋੜਾ ਜਿਹਾ ਸਮਝ ਤੋਂ ਪਰੇ ਹੈ। ਬਿਕੋਜ਼ ਇਹ ਇੱਕ ਬਹੁਤ ਹੀ ਸੱਚਾ ਸੁੱਚਾ ਜਾਂ ਜਿਹਨੂੰ ਅਸੀਂ ਕਹਿੰਦੇ ਕਿ ਬੜਾ ਪ੍ਰੋਫੈਸ਼ਨਲ ਟ੍ਰੇਡ ਹੈ, ਜਿੱਥੇ ਕਿ ਤੁਸੀਂ ਹਾਇਰ ਐਜੂਕੇਸ਼ਨ ਦੇ ਲਈ ਬੱਚਿਆਂ ਨੂੰ ਭੇਜਦੇ ਹੋ, ਔਰ ਇਹਦੀ ਇਸ ਤਰੀਕੇ ਨਾਲ ਮੰਡੀ ਲੱਗਣੀ ਥੋੜੀ ਮਤਲਬ ਦੁਖਦਾਈ ਵੀ ਹੈ। ਅੱਛਾ ਰਵਿੰਦਰ ਜੀ, ਮੈਂ ਕਦੇ ਨਹੀਂ ਇਹ ਸੁਣਿਆ ਕਿ ਕੋਰਸ ਦੇ ਹਿਸਾਬ ਦੇ ਨਾਲ ਇਹਦੇ ਤੇ ਜਵਾਕਾਂ ਨੂੰ ਵੀ ਨਹੀਂ ਪਤਾ ਹੁੰਦਾ, ਉਹ ਕਹਿੰਦੇ ਕੈਨੇਡਾ ਜਾਣਾ ਜੀ 15-20 ਲੱਖ 22 ਲੱਖ 23 ਲੱਖ ਜਿਹੜਾ ਵੱਟ ਤੇ ਪਿਆ। ਕਦੀ ਕਿਸੇ ਨੇ ਨਹੀਂ ਸੋਚਿਆ ਕਿ ਮੈਂ ਆਹ ਕੋਰਸ ਲੈਣਾ ਤੇ ਇਹਦੀ ਫੀਸ ਇੰਨੀ ਹੈ, ਮੇਰੇ ਪੈਸੇ ਇੰਨੇ ਲੱਗਣਗੇ। ਕਦੀ ਬੱਚਿਆਂ ਤੋਂ ਵੀ ਨਹੀਂ ਸੁਣਿਆ, ਤੇ ਕਦੀ ਜਿਹੜੇ ਇੱਥੇ ਪ੍ਰਮੋਟ ਕਰਦੇ ਉਹਨਾਂ ਤੋਂ ਵੀ ਨਹੀਂ ਸੁਣਿਆ। ਹਾਂ, ਰੀਜ਼ਨ ਉਹਦਾ ਇਹ ਹੈ ਕਿ ਦਾ ਵੇ ਵੀ ਗਰੋ ਅਪ, ਅਸੀਂ ਹਮੇਸ਼ਾ ਉਦਾਂ ਦੇ ਰਹਿੰਦੇ ਹਾਂ, ਅਸੀਂ ਆਪਣੇ ਹਾਲਾਤ ਨਹੀਂ ਬਦਲੇ। ਤੁਸੀਂ ਇੱਥੇ ਦੂਰ ਦੀ ਛੱਡੋ, ਤੁਸੀਂ ਕਿਸੇ ਇੱਥੇ ਚੰਗੇ ਕਾਲਜ ਦੇ ਬਾਹਰ ਜਾਓ, ਤੁਸੀਂ ਪੁੱਛੋ ਕਿਸੇ ਵੀ ਮਤਲਬ ਕੋਈ ਮੈਚੁਰ ਸਟੂਡੈਂਟ ਫੜੋ, ਤੁਸੀਂ ਉਹਨੂੰ ਪੁੱਛੋ ਜੀ ਹਾਂਜੀ ਸਰ ਤੁਸੀਂ ਕੀ ਕਰ ਰਹੇ ਹੋ, ਤਾਂ ਜਵਾਬ ਮਿਲੂਗਾ ਸਰ ਮੈਂ ਮਾਸਟਰ ਇੱਕ ਕਰ ਲਈ, ਇੱਕ ਹੋਰ ਕਰ ਰਿਹਾ ਜੀ। ਉਹਨੂੰ ਕਹੋ ਜੀ ਸੈਕੰਡ ਮਾਸਟਰ ਤੋਂ ਬਾਅਦ ਉਹਨੂੰ ਕਹੋ ਜੀ ਸ਼ਾਇਦ ਤੀਸਰੀ ਮਾਸਟਰਸ ਵੀ ਮੈਂ ਕਰ ਲਵਾਂ, ਔਰ ਉਹਨੂੰ ਪੁੱਛੋ ਅੱਛਾ ਸਰ ਤੁਸੀਂ ਸਾਰੀਆਂ ਮਾਸਟਰਸ ਕਰ ਲੈਂਗੇ, ਉਸ ਤੋਂ ਬਾਅਦ ਕਰੋਗੇ ਕੀ, ਤੁਹਾਨੂੰ ਜਵਾਬ ਮਿਲੂਗਾ
ਦੇਖਦੇ ਹਾਂ ਓਰੀਐਂਟਡ ਨਹੀਂ ਹੈ, ਕੈਰੀਅਰ ਓਰੀਐਂਟਡ ਨਹੀਂ। ਅਸੀਂ ਕੈਰੀਅਰ ਓਰੀਐਂਟਡ ਹੈ ਹੀ ਨਹੀਂ ਆ ਜੀ। ਅਸੀਂ ਕੈਨੇਡਾ ਨੂੰ ਪਿਕ ਕੀਤਾ ਆ, ਚੂਜ਼ ਕੀਤਾ ਆ ਆਪਣੀ ਇੰਪਲੋਏਬਿਲਟੀ ਲਈ ਜੀ। ਸਟੂਡੈਂਟਸ ਇੱਕੋ ਗੱਲ ਸੋਚਦਾ ਹੈ ਕਿ ਜਾਂ ਮਾਪੇ ਇੱਕੋ ਗੱਲ ਸੋਚਦੇ ਕਿ ਬੱਚੇ ਤੇ 10-15 ਲੱਖ ਰੁਪਇਆ ਲੱਗਣਾ, ਇਹਨੂੰ ਕਿਸੇ ਕਾਰੋਬਾਰ ਚਲਾਈਏ ਜਾਂ ਇਹਨੂੰ ਬਾਹਰ ਭੇਜੀਏ। ਪੇਰੈਂਟਸ ਵੀ ਨਹੀਂ ਇਦਾਂ ਸੋਚਦੇ। ਸੋ ਸਾਡੀ ਡਿਲੀਜੈਂਸ, ਸਾਡੀ ਰਿਸਰਚ ਉਹ ਜ਼ੀਰੋ ਹੈ। ਸੋ ਅਸੀਂ ਇੱਕੋ ਗੱਲ ਵੇਖੀ ਜੀ, ਫਲਾਣੇ ਦੇ ਬੱਚੇ ਕੈਨੇਡਾ ਚਲੇ ਗਏ, ਉਹ ਸੈੱਟ ਹੋ ਗਏ। ਸੋ ਸਾਡੇ ਤੁਸੀਂ ਦੇਖੋ ਕਿਸੇ ਸਮੇਂ 'ਚ ਇਹ ਸਿਰਫ ਜ਼ਿਮੀਂਦਾਰ ਕਿਸਾਨਾਂ ਤੱਕ ਇਹ ਸੀਮਿਤ ਸੀਗਾ ਕਿ ਬੱਚੇ ਬਾਹਰ ਜਾਂਦੇ ਸੀ, ਬਿਕੋਜ਼ ਆਬਵੀਅਸਲੀ ਰਿਸੋਰਸਿਸ ਦੀ ਕਮੀ ਆ, ਜਾਂ ਹਮੇਸ਼ਾ ਸੋਚਦੇ ਕਿ ਪਰਿਵਾਰ 'ਚ ਇੱਕ ਅਸੀਂ ਕੋਈ ਨਾ ਕੋਈ ਰਿਸੋਰਸ ਹੋਰ ਪੈਦਾ ਕਰੀਏ ਜਾਂ ਕੋਈ ਨਾ ਕੋਈ ਸੋਮਾ ਹੋਰ ਪੈਦਾ ਕਰੀਏ ਸਰਮਾਏ ਦਾ। ਸਾਡੇ ਇੱਥੇ ਪਿੰਡ ਵਾਲਿਆਂ 'ਚ ਤਾਂ ਇਹ ਗੱਲ ਆ ਕਿ ਜੇ 2 ਜਵਾਕ ਆ ਤੇ ਇੱਕ ਕੈਨੇਡਾ ਹੋਣਾ ਹੀ ਹੋਣਾ। ਹਾਂ ਬਿਲਕੁਲ। ਸੋ ਪਰ ਅੱਜ ਦੀ ਡੇਟ 'ਚ ਇਨਸਿਕਿਉਰਿਟੀ ਸਾਡੀ ਇੰਟਰਨਲ ਸਿਸਟਮ ਹਾਲਾਤਾਂ ਦੀ ਇੰਨੀ ਜ਼ਿਆਦਾ ਹਾਵੀ ਹੋ ਗਈ ਕਿ ਸਾਨੂੰ ਇੱਥੇ ਸੁੱਝਦਾ ਨਹੀਂ। ਹਰ ਤੁਸੀਂ ਇੱਥੇ ਅੱਜ ਕੱਲ IPS IAS ਉਹਨਾਂ ਦੇ ਬੱਚੇ, ਡਾਕਟਰਸ ਦੇ ਬੱਚੇ, ਜੀ ਬਿਲਕੁਲ, ਉਹ ਇੰਨੇ ਇਨਸਿਕਿਉਰ ਆਪਣੇ ਨੂੰ ਫੀਲ ਕਰਦੇ ਨੇ ਕਿ ਮਾਂ ਪਿਓ ਨੂੰ ਲੱਗਦਾ ਕਿ ਜੇ ਮੈਂ ਬੱਚਾ ਬਾਹਰ ਨਹੀਂ ਭੇਜਿਆ ਤੇ ਇੱਥੇ ਰੁੱਲ ਜਾਣਾ। ਬੱਚੇ ਨੇ ਅਗਰ ਤੁਸੀਂ ਕਿਸੇ ਨਾ ਕਿਸੇ ਹਾਲਾਤਾਂ ਨਾਲ ਜੂਝਦੇ ਹੋਏ ਤੁਸੀਂ ਇੱਕ ਮੁਕਾਮ ਹਾਸਲ ਕਰ ਲਿਆ ਤਾਂ ਉਹ ਤੁਹਾਡੇ ਵਾਰਸ ਨੇ ਜੀ, ਉਹ ਰੁੱਲ ਥੋੜੀ ਚੱਲੇ ਆ। ਜੇ ਤੁਸੀਂ ਇੰਨਾ ਕਰ ਲਿਆ ਤਾਂ ਉਹ ਵੀ ਕੱਲ ਨੂੰ ਕਰ ਲੈਣਗੇ। ਸੋ ਜਿਹੜੀ ਇਨਸਿਕਿਉਰਿਟੀ ਆ ਇਹ ਇਹੋ ਜਿਹੀਆਂ ਚੀਜ਼ਾਂ ਨੂੰ ਜਨਮ ਦਿੰਦੀ ਆ। ਸੋ ਜਿਹਦਾ ਕਰਕੇ ਅਸੀਂ ਰਿਸਰਚ, ਅਸੀਂ ਕੋਰਸ ਓਰੀਐਂਟਡ, ਪੜ੍ਹਾਈ ਓਰੀਐਂਟਡ ਅਸੀਂ ਕੁਝ ਨਹੀਂ ਸੋਚਦੇ। ਔਰ ਤੁਸੀਂ ਇਸ ਤੋਂ ਅਗਲਾ ਪੜਾਅ ਵੇਖੋ, ਇੱਥੇ ਬਹੁਤ ਸਾਰੇ ਬੱਚਿਆਂ ਨੂੰ ਪਤਾ ਨਹੀਂ ਪੜ੍ਹਨਾ ਕੀ ਆ ਜੀ। ਉੱਥੇ ਕੈਨੇਡਾ 'ਚ ਹਾਲਾਤ ਇਹ ਨੇ ਕਿ ਤੁਸੀਂ ਚਾਹੇ ਇੰਜੀਨੀਅਰਿੰਗ ਕੀਤੀ, ਚਾਹੇ ਮੈਡੀਕਲ ਕੀਤਾ, ਚਾਹੇ ਬਿਜ਼ਨਸ ਪੜ੍ਹਿਆ, ਚਾਹੇ ਹਸਪੀਟੈਲਿਟੀ ਪੜ੍ਹੀ, ਚਲਾਉਂਦੇ ਸਾਰੇ ਟਰਾਲਾ ਨੇ। ਉਹ ਫਿਰ ਪੈਸੇ ਉਹਨਾਂ ਦਾ ਸੌਖਾ ਕਿ ਪੈਸੇ ਤਾਂ ਹੋਣੇ ਆ। ਸੋ ਸਾਡਾ ਕਰੀਅਰ ਸਪੈਸੀਫਿਕ ਸਾਡੀ ਮਤਲਬ ਉਸ ਪਾਸੇ ਨੂੰ ਸੋਚ ਹੀ ਹੈ ਨਹੀਂ ਜੀ। ਸੋ ਜਿੱਦਣ ਅਸੀਂ ਇਦਾਂ ਸੋਚਣ ਲੱਗਾਂਗੇ ਕਿ ਮੈਂ ਕਰਨਾ ਕੀ ਆ, ਬਣਨਾ ਕੀ ਆ, ਮੇਰਾ ਇੰਟਰਸਟ ਕਿੱਧਰ ਨੂੰ, ਸ਼ਾਇਦ ਉਦਣੇ ਜਿਹੜੀ ਪਹਿਲੀ ਪੌੜੀ ਆ ਮੈਂ ਕੀ ਪੜਨ ਜਾਣਾ, ਸ਼ਾਇਦ ਉਹਦਾ ਬਦਲਾਅ ਹੋ ਮੇਰੇ ਕਹਿਣ ਦਾ ਮਤਲਬ ਕਿ ਚਲੋ ਜੇ ਅਸੀਂ ਪੈਸੇ ਲਾ ਹੀ ਰਹੇ ਹਾਂ, ਦੇਖੋ ਕਰੀਅਰ ਲਈ ਤਾਂ ਲਾਉਣੇ ਹੀ ਲਾਉਣੇ ਆ। ਜੇ ਅਸੀਂ ਪੈਸੇ ਲਾ ਹੀ ਰਹੇ ਹਾਂ ਤਾਂ ਫਿਰ ਅਸੀਂ ਦੇਖ ਹੀ ਲਈਏ ਅਸੀਂ ਪੜ੍ਹਨਾ ਕੀ ਆ, ਸਾਡੀ ਕੈਪੇਬਿਲਿਟੀ ਕੀ ਆ, ਫਿਰ ਅਸੀਂ ਉੱਥੇ ਜਾ ਕੇ ਕੀ ਜੌਬ ਕਰ ਸਕਦੇ ਹਾਂ। ਥੋੜਾ ਫਰਕ ਪੈ ਲੂ, ਉਹਦੇ ਲਈ ਰਿਸਰਚ ਕਰਨੀ ਪੈਂਦੀ ਆ ਔਰ ਫਿਲਹਾਲ ਸਾਡਾ ਸਬਜੈਕਟ ਨਹੀਂ ਹੈ ਜੀ। ਚਲੋ ਅਸੀਂ ਇਸ ਵਿਸ਼ੇ ਦੇ ਉੱਤੇ ਜਾਂ ਫਿਰ ਅਗਲੇ ਵਿਸ਼ੇ ਦੇ ਉੱਤੇ ਵੀ ਗੱਲ ਕਰਾਂਗੇ, ਪਰ ਇੱਥੇ ਰੁਕਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ। ਮਿਲਦੇ ਹਾਂ ਬ੍ਰੇਕ ਦੇ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਸੀ ਕਿ ਕਿਵੇਂ ਜਿਹੜਾ ਹੈ ਵੀਜ਼ਾ ਮਿਲ ਜਾਵੇ। ਉਸ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕੈਨੇਡਾ ਦੀਆਂ ਜਿਹੜੀਆਂ ਕੁਝ ਸਟੇਟਸ ਨੇ ਜਿੱਥੇ ਕਿ ਧੋਖਾਧੜੀ ਹੋ ਰਹੀ ਹੈ, ਐਂਡ ਹੋਰ ਵੀ ਗੱਲਾਂ ਕਰਦੇ ਰਹਾਂਗੇ। ਪਰ ਮੈਨੂੰ ਲੱਗਦਾ ਕਿ ਹੁਣ ਆਪਾਂ ਕੈਨੇਡਾ ਨੂੰ ਛੱਡ ਦਈਏ ਤੇ ਆਪਾਂ ਇੰਗਲੈਂਡ ਵੱਲ ਆ ਜਾਈਏ, ਮਹਾਰਾਣੀ ਦੇ ਦੇਸ਼ ਆ ਜਾਈਏ ਕਿ ਉਹਦੇ ਵੀਜ਼ੇ ਅੱਜ ਕੱਲ੍ਹ ਧੜਾ ਲੱਗ ਰਹੇ ਨੇ। ਜਿਹੜੇ ਜ਼ੁਬਾਨ ਦੇ ਦੇਖੋ ਉਹੀ ਕੈਨੇਡਾ ਤੋਂ ਇੰਗਲੈਂਡ ਆ ਗਿਆ ਕਿ ਬਈ ਜੇ ਕੁਛ ਨਹੀਂ ਹੋ ਰਿਹਾ ਤਾਂ ਇੰਗਲੈਂਡ ਹੋਊਗਾ। ਇਹ ਕੀ ਹਾਲ ਹੈ? ਬੇਸਿਕਲੀ ਇੰਗਲੈਂਡ ਯੂਨਾਈਟਿਡ ਕਿੰਗਡਮ ਦਾ ਇੱਕ ਪਾਰਟ ਹੈ ਔਰ ਲਾਈਕ 4 ਸਟੇਟਸ ਨੇ ਇੱਥੇ ਔਰ ਇੰਗਲੈਂਡ ਉਹਨਾਂ 'ਚੋਂ ਇੱਕ ਸਟੇਟ ਆ। ਆਬਵੀਅਸਲੀ ਸਾਡੀ ਸਮਝ ਇਦਾਂ ਦੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਵਲਾਇਤ ਬਾਹਰ ਜਾਣਾ ਪਹਿਲਾਂ ਹੁੰਦਾ ਸੀ, ਬਟ ਵਲਾਇਤ ਬੇਸਿਕਲੀ ਇੱਥੋਂ ਸ਼ੁਰੂ ਹੋਇਆ ਸੀ। ਸੋ ਯੈਸ, ਵਲਾਇਤ ਓਪਨ ਹੈ ਹਾਲੇ ਵੀ। ਸੋ UK ਇਜ਼ ਵੈਲਕਮਿੰਗ। UK ਦੇ ਵਿੱਚ ਹਾਲਾਂਕਿ ਸੈਕੰਡ ਫੇਜ਼ ਲੋਕਡਾਊਨ ਦਾ ਹੋਇਆ ਸੀ, ਬਟ ਯੂਨੀਵਰਸਿਟੀਜ਼ ਓਪਨ ਨੇ, ਐਡਮਿਸ਼ਨਸ ਓਪਨ ਨੇ, ਸੋ ਅੰਬੈਸੀ ਓਪਨ ਹੈ, ਫਲਾਈਟਸ ਓਪਨ ਹੈ। ਸੋ ਇੱਥੇ ਕੋਈ ਰੋਕਥਾਮ ਨਹੀਂ ਹੈਗੀ। ਸੋ ਇੰਗਲੈਂਡ ਦੇ ਵਿੱਚ ਬੇਸਿਕ ਪੈਰਾਮੀਟਰਸ ਥੋੜ੍ਹੇ ਬਹੁਤ ਚੇਂਜ ਹੋਏ ਆ ਬਿਕੋਜ਼ ਮਾਰਕੀਟਿੰਗ ਦੇ ਵਿੱਚ ਚੇਂਜ ਹੋਏ, ਜਾਂ ਕਹਿ ਲਓ ਮਾਰਕੀਟਿੰਗ 'ਚ ਇਹ ਚੇਂਜ ਹੋਇਆ ਬਿਕੋਜ਼ ਪਹਿਲਾਂ ਮਾਰਕੀਟਿੰਗ ਇਹ ਸਮਝੀ ਜਾਂਦੀ ਸੀ ਜਾਂ ਇਸ ਤਰੀਕੇ ਨਾਲ ਕੀਤੀ ਜਾਂਦੀ ਸੀ ਕਿ ਸਾਰੇ ਪੈਸੇ ਬਾਅਦ 'ਚ ਦੇ ਦਿਓ ਜੀ, ਆਇਲਟਸ ਤੋਂ ਬਿਨਾਂ ਚੱਲ ਜਾਓ ਜੀ। ਸੋ ਹੁਣ ਥੋੜ੍ਹਾ ਬਹੁਤ ਇਹ 'ਚ ਫੇਰ ਬਦਲ ਹੋਇਆ ਹੈ ਕਿ ਹਾਲਾਂਕਿ ਮਾਰਕੀਟਿੰਗ ਫਿਰ ਸ਼ਾਇਦ ਕੁਝ ਕੰਪਨੀਆਂ ਇੱਦਾਂ ਹੀ ਕਰਦੀਆਂ ਹੋਣਗੀਆਂ, ਬਟ ਫੇਰ ਬਦਲ ਕੀ ਹੋਇਆ ਕਿ ਹੁਣ ਜਿਹੜਾ ਆਇਲਟਸ ਆ ਉਹ ਆਲਮੋਸਟ ਤੁਹਾਡੀ ਐਪਲੀਕੇਸ਼ਨ ਦਾ ਹੌਲੀ ਹੌਲੀ ਹਿੱਸਾ ਬਣਦਾ ਜਾ ਰਿਹਾ ਜੀ। ਸੋ 6 ਬੈਂਡ ਵਾਲੀਆਂ ਐਪਲੀਕੇਸ਼ਨਸ ਕੁਇਕਲੀ ਨਿਕਲਦੀਆਂ ਨੇ। ਸੋ ਜਿਹੜੀਆਂ ਆਇਲਟਸ ਤੋਂ ਬਿਨਾਂ ਨੇ ਐਪਲੀਕੇਸ਼ਨਸ, ਉਹਨਾਂ ਦਾ ਫਿਲਹਾਲ ਆਧਾਰ ਹੈ ਕਿ ਤੁਹਾਡੇ ਕੋਲ ਅਗਰ 70% ਇੰਗਲਿਸ਼ ਦੇ ਵਿੱਚ ਮਾਰਕਸ ਨੇ ਜੀ, ਉਹ ਇਕੁਇਵਲੈਂਟ ਹੈਗਾ 6 ਬੈਂਡ ਦੇ। ਸੋ ਫਿਲਹਾਲ ਇਹ ਮੰਨਿਆ ਜਾਂਦਾ ਕਿ ਤੁਹਾਡੇ ਕੋਲ 6 ਬੈਂਡ ਜਾਂ 70% ਨੰਬਰ ਹੋਣ, +2 ਦੇ ਸਿਰਫ ਤੇ ਸਿਰਫ ਅੰਗਰੇਜ਼ੀ ਦੇ ਨੰਬਰ ਜੀ। ਬਾਕੀ ਨੰਬਰਾਂ ਨੂੰ ਤਰਜੀਹ ਨਹੀਂ ਬਾਹਲੀ ਦਿੱਤੀ ਜਾਂਦੀ। ਸੋ ਤੁਹਾਡੇ ਕੋਲ 70% ਨੰਬਰ ਦਾ ਅੰਗਰੇਜ਼ੀ ਦੇ ਵਿੱਚ ਤੇ ਤੁਸੀਂ ਇਹਦੇ ਲਈ ਐਲੀਜੀਬਲ ਹੋ ਜੀ। ਸੋ ਸੈਕੰਡ ਇਹ 'ਚ ਤਬਦੀਲੀ ਆਈ ਹੈ ਕਿ ਪਹਿਲਾਂ ਇਹਦੇ ਵਿੱਚ ਜਿਹੜਾ UK VI ਜਾਂ UK ਵੀਜ਼ਾ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਆ, ਉਹ ਬਹੁਤ ਜ਼ਿਆਦਾ ਸਖਤੀ ਨਹੀਂ ਸੀ ਕਰ ਰਿਹਾ ਜੀ। ਬਿਕੋਜ਼ ਉਹਦੇ 'ਚ ਕੀ ਸੀਗਾ ਕਿ ਤੁਹਾਡੇ ਕੋਲ 40 ਪੁਆਇੰਟਸ ਦਾ ਸਮਾਂ ਹੁੰਦਾ ਸੀਗਾ, ਤੁਹਾਡੇ ਕੋਲ 40 ਪੁਆਇੰਟਸ ਲੈਣੇ ਹੁੰਦੇ ਸੀ। ਉਹਦੇ 'ਚ 10 ਪੁਆਇੰਟਸ ਤੁਹਾਡੀ ਮੇਨਟੇਨੈਂਸ ਦੇ ਹੁੰਦੇ ਸੀ। ਮੇਨਟੇਨੈਂਸ ਮਤਲਬ ਤੁਸੀਂ ਫੰਡ ਸ਼ੋਅ ਕਰਦੇ ਸੀ ਜੀ। ਸੋ ਉਹਦੇ 'ਚ 11-12 ਲੱਖ ਰੁਪਇਆ ਤੁਸੀਂ ਸ਼ੋਅ ਕਰਦੇ ਸੀ।
ਸੋ ਔਰ 30 ਪੁਆਇੰਟ ਤੁਹਾਡੇ ਕੈਸ਼ ਦੇ ਹੁੰਦੇ ਸੀ। ਸੋ ਕੈਸ਼ ਇਸ ਕੀ ਉਹ ਜਿਹੜੀ ਫਾਈਨਲ ਲੈਟਰ ਆ ਜਿਹੜੀ ਤੁਹਾਨੂੰ ਯੂਨੀਵਰਸਿਟੀ ਨੇ ਦੇਣੀ ਹੈ। ਜੀ। ਸੋ ਸਟੂਡੈਂਟ ਕੋਲ 40 ਪੁਆਇੰਟ ਆ ਜਾਂਦਾ ਸੀ ਤੇ ਕੋਈ ਰੋਕਦਾ ਨਹੀਂ ਸੀ, ਕੋਈ ਫਰਦਰ ਇਨਵੈਸਟੀਗੇਸ਼ਨ ਨਹੀਂ ਸੀ ਹੁੰਦੀ। ਹਾਲਾਂਕਿ ਯੂਨੀਵਰਸਿਟੀ ਪਹਿਲਾਂ ਸਟੂਡੈਂਟ ਨੂੰ ਥੋੜੀ ਬਹੁਤ ਕ੍ਰੈਡੀਬਿਲਿਟੀ ਇੰਟਰਵਿਊ ਕਰ ਲੈਂਦੀ ਸੀ ਵੀ ਸਟੂਡੈਂਟ ਦੀ ਬੋਲਣੀ ਅੰਗਰੇਜ਼ੀ ਆਉਂਦੀ ਹੈ ਕਿ ਨਹੀਂ ਆਉਂਦੀ। ਸੋ 40 ਪੁਆਇੰਟ ਲਏ ਤਾਂ ਤੁਹਾਡਾ ਵੀਜ਼ਾ ਵੱਟ ਤੇ ਇਦਾਂ ਵਾਲਾ ਹਿਸਾਬ ਸੀ। ਪਰ 5 ਅਕਤੂਬਰ ਨੂੰ ਕਾਨੂੰਨ ਚੇਂਜ ਹੋਇਆ। 5 ਅਕਤੂਬਰ ਤੋਂ ਬਾਅਦ ਕਈ ਚੇਂਜਸ ਆਈਆਂ। ਸੋ ਪਹਿਲਾਂ ਜਿਹੜੀ ਇੰਸ਼ੋਰੈਂਸ ਹੈ ਤੁਹਾਡੀ 300 ਪਾਉਂਡ ਦੀ ਸੀ, ਉਹ ਲਗਭਗ ਡਬਲ ਹੋ ਗਈ 600। ਹਾਂ, ਸੋ 620 ਆ ਰਾਦਰ ਹੁਣ। ਸੋ ਔਰ ਉਹਦੇ ਨਾਲ ਨਾਲ ਜਿਹੜੀਆਂ ਯੂਨੀਵਰਸਿਟੀਜ਼ ਨੇ ਕ੍ਰੈਡੀਬਿਲਿਟੀ ਇੰਟਰਵਿਊਜ਼ ਉਹ ਥੋੜ੍ਹੀਆਂ ਤਿੱਖੀਆਂ ਕੀਤੀਆਂ ਕਿ ਜਿੱਦਾਂ ਕੋਈ ਸਟੂਡੈਂਟਸ ਅੰਬੈਸੀ 'ਚ ਜਾ ਕੇ ਫਸ ਜਾਂਦਾ, ਅੰਬੈਸੀ ਜਾ ਕੇ ਪਤਾ ਲੱਗਦਾ ਕਿ ਇਹਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹ ਯੂਨੀਵਰਸਿਟੀ ਦੀ ਕ੍ਰੈਡੀਬਿਲਿਟੀ ਦੇ ਉੱਪਰ ਕੁਐਸਚਨ ਆ ਜਾਂਦਾ ਜੀ। ਸੋ ਉਸ ਤੋਂ ਬਾਅਦ ਹਾਈ ਕਮਿਸ਼ਨ ਦੀਆਂ ਇੰਟਰਵਿਊਜ਼ ਆਉਣ ਲੱਗ ਪਈਆਂ। ਹੁਣ ਉਹ ਤਕਰੀਬਨ ਕਾਫੀ ਕੀਤੀਆਂ ਉਹਨਾਂ ਨੇ, ਬਿਕੋਜ਼ ਯੂਕੇ ਨੇ ਥੋੜਾ ਇੱਕ ਵਾਰੀ ਡਰਾਉਣਾ ਹੁੰਦਾ ਹੈ ਕਿ ਅਸੀਂ ਇਹ ਨਾ ਲੱਗੇ ਸਭ ਨੂੰ ਕਿ ਬਾਈਪਾਸ ਐਂਟਰੀ ਹੈਗੀ। ਸੋ ਉਹ ਥੋੜੀ ਸਖਤੀ ਦਿਖਾਈ ਗਈ। ਉਹਦੇ ਤਕਰੀਬਨ ਬੱਚਿਆਂ ਦੀ ਇੰਟਰਵਿਊਜ਼ ਆਈਆਂ ਔਰ ਜਿਹੜੇ ਨਹੀਂ ਡਿਜ਼ਰਵਿੰਗ ਸੀਗੇ ਉਹਨਾਂ ਦੇ ਵੀਜ਼ੇ ਨਹੀਂ ਦਿੱਤੇ ਗਏ। ਹਾਂ, ਜਿਹੜੇ ਡਿਜ਼ਰਵਿੰਗ ਸਟੂਡੈਂਟਸ ਹੈ ਜਿਨ੍ਹਾਂ ਦੀ ਕਮਿਊਨੀਕੇਸ਼ਨ ਚੰਗੀ ਆ ਉਹਨਾਂ ਦੇ ਵੀਜ਼ਿਆਂ ਦੇ ਕੋਈ ਰੋਕ ਨਹੀਂ ਆ, ਉਹ ਸਭ ਵੀਜ਼ਾਜ਼ ਉਹਨਾਂ ਨੂੰ ਆਏ ਵੀ ਆ। ਸੋ ਸਖਤੀ ਹੁਣ 2-3 ਪੜਾਅ 'ਚ ਹੋ ਗਈ। ਪਹਿਲੀ ਸੀਗੀ ਕਿ ਸਿਰਫ ਪਹਿਲਾਂ ਤੁਹਾਡੇ ਇਕੱਲੀ ਯੂਨੀਵਰਸਿਟੀ ਇੰਟਰਵਿਊ ਕਰਦੀ ਸੀ, ਉਹ ਵੀ ਬਹੁਤ ਸਾਰੀਆਂ ਤੁਹਾਨੂੰ ਵੇਵਰ ਦੇ ਦਿੰਦੀਆਂ ਸੀ ਕਿ ਇੰਟਰਵਿਊ ਚਲੋ ਨਹੀਂ ਕਰਨੀ ਜੀ। ਹੁਣ ਪਹਿਲੀ ਸਖਤੀ ਹੋ ਗਈ ਕਿ ਤੁਹਾਡੇ ਕੋਲ ਯੂਨੀਵਰਸਿਟੀ ਦੀ ਕ੍ਰੈਡੀਬਿਲਿਟੀ ਇੰਟਰਵਿਊ ਹੈ। ਦੂਸਰੀ ਸਖਤੀ ਤੁਹਾਡੇ ਕੋਲ ਹੋ ਗਈ ਕਿ ਤੁਹਾਡੀ ਅੰਬੈਸੀ ਵੀ ਇੰਟਰਵਿਊ ਕਰ ਲੈਂਦੀ ਹੈ। ਹਾਲਾਂਕਿ ਅੰਬੈਸੀ 100% ਇੰਟਰਵਿਊ ਨਾ ਹੀ ਕਰੇਗੀ ਨਾ ਕਰ ਪਾਏਗੀ, ਪ੍ਰੈਕਟੀਕਲੀ ਪੋਸੀਬਲ ਨਹੀਂ ਹੈ, ਬਿਕਾਜ਼ ਤੁਸੀਂ ਨਾਕੇ ਤੇ ਹਰ ਗੱਡੀ ਨਹੀਂ ਚੈੱਕ ਕਰ ਸਕਦੇ, ਪਰ ਸ਼ੱਕ ਦੇ ਆਧਾਰ ਤੇ ਕਾਫੀ ਗੱਡੀਆਂ ਰੋਕ ਸਕਦੇ ਆ। ਸੋ ਇਸ ਤਰੀਕੇ ਨਾਲ ਜਿੱਥੇ ਸਸਪੀਸ਼ਨ ਹੈ ਉੱਥੇ ਵੀਜ਼ਾ ਆਫਿਸਰ ਇੰਟਰਵਿਊ ਕਰੇਗਾ। ਬਿਕਾਜ਼ ਜਿਹੜਾ ਯੂਕੇ ਦਾ ਨਵਾਂ ਕਾਨੂੰਨ ਆ ਉਹ 'ਚ ਇਹ ਲਿਖਿਆ ਗਿਆ ਹੁਣ ਕਿ ਅਗਰ ਵੀਜ਼ਾ ਆਫਿਸਰ ਨੇ ਕਿਸੇ ਨੂੰ ਰਿਫਿਊਜ਼ ਕਰਨਾ ਆ, ਉਹ ਬੱਚੇ ਨਾਲ ਗੱਲਬਾਤ ਕਰੇ, ਇੰਟਰਵਿਊ ਕਰੇ ਤੇ ਫਿਰ ਰਿਫਿਊਜ਼ ਕਰੇ। ਸੋ ਇਸ ਕਰਕੇ ਇੰਟਰਵਿਊਜ਼ ਦੀ ਤਾਦਾਦ ਵਧੀ ਆ। ਤੀਸਰਾ ਚੈੱਕ ਹੈਗਾ ਇਮੀਗ੍ਰੇਸ਼ਨ, ਜਿਹੜੀ ਫਾਈਨਲ ਜਦੋਂ ਆਪਾਂ ਯੂਕੇ ਜਾਂਦੇ ਆ। ਖੈਰ ਉਹਦੇ ਵਿੱਚ ਇਸ ਸਾਲ ਹਾਲੇ ਤੱਕ ਬੱਚਿਆਂ ਦੇ ਬਹੁਤ ਜ਼ਿਆਦਾ ਰੁਕਣ ਦੀ ਕੋਈ ਬਹੁਤ ਜ਼ਿਆਦਾ ਪੋਸੀਬਿਲਿਟੀ ਨਹੀਂ ਦਿਸੀ। ਇੱਕਾ ਦੁੱਕਾ ਕਿਤੇ ਕੋਈ ਘਟਨਾ ਹੋਈ ਹੋਵੇ ਤੇ ਮੇਰੇ ਜ਼ਿਹਨ 'ਚ ਨਹੀਂ ਹੈਗਾ, ਬਟ ਮੋਟੇ ਤੌਰ ਦੇ ਉੱਪਰ ਜਿਹੜੀਆਂ ਪਹਿਲੀਆਂ 2 ਬ੍ਰੇਕਾਂ ਇਹਦੇ ਉੱਪਰ ਹੀ ਬਹੁਤ ਸਾਰੇ ਸਟੂਡੈਂਟਸ ਨੂੰ ਰੋਕਿਆ ਗਿਆ ਹੈ। ਹੁਣ ਪ੍ਰੈਕਟੀਕਲੀ ਕੀ ਹੋਇਆ ਕਿ ਜਿਹੜੇ ਬੱਚੇ, ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਇਹ ਸੋਚਿਆ ਸੀ ਕਿ ਇਹ ਬਿਨਾਂ ਆਇਲਟਸ ਆ ਉਹ ਸਸਪੈਂਡਡ ਫੀਲ ਕਰਦੇ ਨੇ ਇਸ ਟਾਈਮ। ਕਾਰਨ ਕੀ ਹੋਇਆ ਕਿ ਯੂਨੀਵਰਸਿਟੀ ਨੇ ਆਫਰ ਲੈਟਰ ਦੇਤੀ, ਫਿਰ ਬ੍ਰੇਕਾਂ ਖਿੱਚਤੀਆਂ। ਬਿਕਾਜ਼ ਜਦ ਤੱਕ ਸਟੂਡੈਂਟ ਦੀ ਕ੍ਰੈਡੀਬਿਲਿਟੀ ਇੰਟਰਵਿਊ ਕਲੀਅਰ 70% ਨੰਬਰ ਵੀ ਹੈਗੇ ਜਾਂ 6 ਬੈਂਡ ਵੀ ਹੈਗੇ, ਸੋ ਉਸ ਤੋਂ ਬਾਅਦ ਅਗਰ ਤੁਹਾਡੇ ਕੋਲ ਇੰਟਰਵਿਊ ਕਲੀਅਰ ਕਰਨ ਜੋਗਾ ਕਮਿਊਨੀਕੇਸ਼ਨ ਨਹੀਂ ਹੈਗਾ ਤੇ ਫਿਰ ਤੁਹਾਨੂੰ ਯੂਨੀਵਰਸਿਟੀ ਨਹੀਂ ਲੈਗੀ। ਸੋ ਉਹ ਬਹੁਤ ਸਾਰੇ ਬੱਚੇ ਜਿਨ੍ਹਾਂ ਦੇ ਪੰਜਾਬ ਬੋਰਡ ਦੇ ਵਿੱਚੋਂ ਜਾਂ ਕਿਸੇ ਵੀ ਬੋਰਡ ਦੇ ਵਿੱਚੋਂ ਚੰਗੇ ਨੰਬਰ ਆ ਗਏ, ਚਾਹੇ ਕੋਵਿਡ ਕਰਕੇ ਆ ਗਏ ਸੋ ਉਹ ਬੱਚਿਆਂ ਨੂੰ ਦਿੱਕਤ ਜ਼ਿਆਦੀ ਹੈ ਕਿ ਜਿਨ੍ਹਾਂ ਦੇ ਨੰਬਰ ਜ਼ਿਆਦਾ ਲੱਗ ਗਏ ਜਾਂ ਜ਼ਿਆਦਾ ਆ ਗਏ ਜਾਂ ਜਿਨ੍ਹਾਂ ਦੀ ਕਾਬਲੀਅਤ ਬੋਰਡ ਦੇ ਮੁਤਾਬਿਕ ਕਾਗਜ਼ਾਂ ਜ਼ਿਆਦਾ ਦਿਸਦੀ ਹੈ ਤੇ ਅਸਲ 'ਚ ਨਹੀਂ। ਸੋ ਉਹ ਬੱਚਿਆਂ ਨੂੰ ਸਭ ਤੋਂ ਵੱਧ ਦਿੱਕਤ ਆ, ਬਿਕਾਜ਼ ਉਹਨਾਂ ਨੂੰ ਜਦ ਤੱਕ ਯੂਨੀਵਰਸਿਟੀ ਦੇ ਇੰਟਰਵਿਊ ਕਲੀਅਰ ਨਹੀਂ ਕਰਨਗੇ ਉਹਨਾਂ ਨੂੰ ਅੱਗੇ ਜਾਣ ਦਾ ਰਸਤਾ ਨਹੀਂ ਮਿਲਣਾ ਔਰ ਉਹ ਤਦ ਤੱਕ ਉਹ ਲਟਕਦੇ ਵੀ ਰਹਿਣਗੇ। ਅੱਛਾ ਰਵਿੰਦਰ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇੰਟਰਵਿਊ ਹੈ, ਇੰਟਰਵਿਊ ਚਲੋ ਹੋ ਜਾਂਦੀ ਹੈ, ਸਭ ਕੁਝ ਹੋ ਜਾਂਦਾ ਆ, ਤੇ ਇਹ ਕਿੰਨੇ ਕੁ ਪੈਸੇ ਜਿਹੜੇ ਆ ਲੱਗਦੇ ਨੇ ਓਵਰਆਲ ਵੀਜ਼ਾ ਦੇ ਉੱਤੇ? ਜਨਰਲੀ ਜਿਹੜੀ ਯੂਨੀਵਰਸਿਟੀ ਦੀ ਫੀਸ ਆ ਉਹ 10 ਤੋਂ 15,000 ਪਾਉਂਡ ਸਾਲਾਨਾ ਹੈ। ਸੋ ਅਗਰ ਇਹਨੂੰ ਤੁਸੀਂ ਸੌਖੇ ਸ਼ਬਦਾਂ 'ਚ ਸਮਝਣਾ ਹੋਵੇ ਤੇ ਇਹ 10-15 ਲੱਖ ਗਿਣ ਸਕਦੇ ਹੋ, ਬਿਕਾਜ਼ 97-98 ਦੇ ਉੱਪਰ ਤਕਰੀਬਨ ਪਾਉਂਡ ਦਾ ਪ੍ਰਾਈਸ ਰਹਿੰਦਾ ਹੈ। ਸੋ ਤੁਸੀਂ ਇਹਨੂੰ 100 ਮੰਨ ਸਕਦੇ ਹੋ। ਸੋ ਇਸ ਕਰਕੇ 10-15 ਲੱਖ ਦੇ ਕਰੀਬ ਤੁਹਾਡੀ ਫੀਸ ਹੈ। ਸੋ ਕਈ ਵਾਰੀ ਯੂਨੀਵਰਸਿਟੀ ਉਹਦੇ ਚੋਂ 2,000 ਪਾਉਂਡ ਦੇ ਕਰੀਬ, 3,000 ਪਾਉਂਡ ਦੇ ਕਰੀਬ ਕਈ ਵਾਰੀ ਸਕਾਲਰਸ਼ਿਪ ਵੀ ਦੇ ਦਿੰਦੀ ਹੈ। ਸੋ ਤੁਹਾਡੀ ਅਗਰ 12,000 ਪਾਉਂਡ ਫੀਸ ਆ ਤਾਂ ਹੋ ਸਕਦਾ ਜਦੋਂ ਤੁਸੀਂ ਫਾਈਨਲੀ ਅਪਲਾਈ ਕਰੋ ਤੁਹਾਨੂੰ 9,000 ਪਾਉਂਡ ਦਾ ਆਵੇ। ਸੋ ਇੱਥੇ ਤਕੀਦ ਹੈ ਕਿ ਬਹੁਤ ਸਾਰੇ ਬੱਚੇ ਜਿਹੜੇ ਉਹ ਪੈਕੇਜਸ ਜੇ ਕਰਦੇ ਨੇ ਕਿ ਤੁਸੀਂ ਮੇਰੀ ਥਾਂ ਕਿ ਮੇਰੀ ਕੋਈ ਫੀਸ ਕੋਈ ਹੋਰ ਭਰੇ ਤੇ ਮੈਂ 9 ਦਾ 18 ਲੱਖ ਭਰ ਦੂੰਗਾ। ਸੋ ਇਹ ਥੋੜੀ ਜਿਹੀ ਪ੍ਰਥਾ ਸਾਡੇ ਇੱਥੇ ਗਲਤ ਚੱਲ ਪਈ, ਬਿਕਾਜ਼ ਅਸੀਂ ਐਜੂਕੇਸ਼ਨ ਵਾਂਗੂ ਨਹੀਂ ਲੈ ਰਹੇ। ਸੋ ਅਗਰ ਬੱਚੇ ਆਪਣੀਆਂ ਫੀਸਾਂ ਖੁਦ ਭਰਦੇ ਆ ਤਾਂ ਦਿੱਕਤ ਕੀ ਹੈ, ਬਿਕਾਜ਼ ਤੁਹਾਡੀ ਯੂਨੀਵਰਸਿਟੀ ਤੁਹਾਡੀ ਫੀਸ ਤੈਨੂੰ ਹਮੇਸ਼ਾ ਪਤਾ ਹੈ ਕਿ ਮੇਰਾ ਕਿੰਨਾ ਖਰਚ ਗਿਆ ਤੇ ਮੇਰਾ ਕਿੰਨਾ ਆਉਣਾ ਹੈ। ਸ਼ੁਰੂ 'ਚ ਜਿਹੜੇ ਬੱਚੇ ਗਏ ਉਹਨਾਂ ਦੀ ਵਜ੍ਹਾ ਨਾਲ ਪੰਜਾਬ ਤੇ ਬਹੁਤ ਸਖਤੀ ਹੋਈ। ਸੋ ਬਹੁਤ ਸਾਰੀ ਯੂਨੀਵਰਸਿਟੀ ਸਾਨੂੰ ਸਪੈਸ਼ਲ ਟਰੀਟ ਕਰਦੀਆਂ ਨੇ ਕਿ ਇਹ ਪੰਜਾਬ ਦਾ ਏਜੰਟ ਆ, ਇਹ ਗੁਜਰਾਤ ਦਾ ਏਜੰਟ ਆ, ਜਾਂ ਇਹ ਪੰਜਾਬ ਦੇ ਬੱਚੇ ਨੇ, ਗੁਜਰਾਤ ਦੇ ਬੱਚੇ ਨੇ। ਸੋ ਸਪੈਸ਼ਲ ਟਰੀਟਮੈਂਟ ਕੀ ਆ ਕਿ ਸਾਨੂੰ ਸਿੱਧਾ ਕਹਿ ਦਿੱਤਾ ਜਾਂਦਾ ਕਿ ਤੁਹਾਡੇ ਕੋਲੋਂ ਬੱਚੇ ਨਹੀਂ ਲੈਣੇ। ਕਾਰਨ ਉਹਦਾ ਕੀ ਆ ਕਿ ਜਿਹੜੇ ਸ਼ੁਰੂ 'ਚ ਬੱਚੇ ਗਏ ਪੈਕੇਜਸ ਦੇ ਚੱਕਰ ਵਿੱਚ, ਵੀ ਕਿਸੇ ਨੇ 15-15 20 ਲੱਖ ਰੁਪਇਆ ਖਰਚਿਆ ਇੰਗਲੈਂਡ ਜਾਣ ਲਈ ਜਾਂ ਯੂਕੇ ਜਾਣ ਲਈ, ਸੋ ਉਹਦੇ ਵਿੱਚ ਜਿਹੜੀ ਉਹਨਾਂ ਦੀ ਯੂਨੀਵਰਸਿਟੀ ਦੀ ਫੀਸ ਗਈ ਉਹ ਮਾਤਰ ਗਈ 1,500 ਪਾਉਂਡ 2,000 ਪਾਉਂਡ। ਸੋ ਬੱਚੇ ਸਾਡੇ ਇਹ ਨਹੀਂ ਵੇਖਦੇ ਕਿ ਮੇਰਾ ਫੀਸ ਕਿੰਨੀ ਗਈ। ਸੋ ਸਾਡੀ ਭਾਸ਼ਾ ਕੀ ਆ, ਸਾਨੂੰ ਪੱਕਾ ਚਾਹੀਦਾ ਹੈ। ਸਾਨੂੰ ਇਹ ਨਹੀਂ ਕਿ ਕੈਲਕੂਲੇਸ਼ਨਾਂ 'ਚ ਨਹੀਂ ਪੈਣਾ, ਉਹ ਫਲਾਣੇ ਦਾ ਨਿਆਣਾ ਇੰਨੇ 'ਚ ਗਿਆ, ਇੰਨੇ ਲੱਖ 'ਚ ਗਿਆ, ਸਾਡਾ ਕਿੰਨੇ 'ਚ ਜਾਣਾ ਹੈ। ਸੋ ਸਾਡੀ ਸੋਚ ਇਦਾਂ ਦੀ ਹੈ। ਸੋ ਜਿਹੜੇ ਬੱਚੇ 15 ਲੱਖ ਰੁਪਈਆ ਲਾ ਕੇ ਗਏ ਬਟ ਫੀਸ 1,500 ਪਾਉਂਡ ਭਰੀ,
ਜਦੋਂ ਯੂਨੀਵਰਸਿਟੀ ਜਾਂਦੇ ਆ, ਯੂਨੀਵਰਸਿਟੀ ਜਾ ਕੇ ਪਤਾ ਲੱਗਦਾ ਕਿ ਤੁਹਾਡੀ ਤਾਂ 12 ਲੱਖ ਰੁਪਇਆ ਹੋਰ ਦੇਣ ਵਾਲਾ ਹੈ ਜੀ। ਸੋ ਉਹ ਬੱਚੇ ਫਿਰ ਯੂਨੀਵਰਸਿਟੀ ਨਹੀਂ ਜਾਂਦੇ ਜੀ। ਸੋ ਇਸ ਕਰਕੇ ਉਹਨਾਂ ਦਾ ਕਰੀਅਰ ਉੱਥੇ ਫੁੱਲ ਸਟਾਪ ਹੋ ਗਿਆ। ਸੋ ਉਹ ਉਹਨਾਂ ਨੂੰ ਫੌਜੀ ਕਿਹਾ ਜਾਂਦਾ ਇੰਗਲੈਂਡ ਦੇ ਵਿੱਚ ਕਿ ਜਿਹੜੇ ਲੋਕ ਛਿਪ ਕੇ ਰਹਿੰਦੇ ਨੇ ਜਾਂ ਕੰਮਕਾਰ ਕਰਦੇ ਨੇ ਉਹ ਫਿਰ ਫੌਜੀ ਹੋ ਗਏ ਉੱਥੋਂ। ਫੌਜੀ ਹੋ ਗਏ ਉੱਥੋਂ। ਸੋ ਸਟੂਡੈਂਟਸ ਨੂੰ ਤੁਹਾਨੂੰ ਆਪਣੀ ਕਾਸਟ ਦਾ ਪਤਾ ਹੋਵੇ, ਤੁਹਾਨੂੰ ਏਜੰਟ ਦੀ ਫੀਸ ਦਾ ਪਤਾ ਹੋਵੇ। ਅੱਜ ਅਸੀਂ ਇਨਫੋਰਮੇਸ਼ਨ ਦੇ ਯੁੱਗ 'ਚ ਰਹਿੰਦੇ ਹਾਂ, ਤੁਹਾਡੇ ਕੋਲ ਹਰ ਅਧਿਕਾਰ ਆ ਕੋਈ ਵੀ ਜਾਣਕਾਰੀ ਲੈਣ ਦਾ। ਸੋ ਤੁਸੀਂ ਕਿਸੇ ਵੀ ਨਾਲ ਵੀ ਏਜੰਟ ਨਾਲ ਗੱਲਬਾਤ ਕਰਦੇ ਹੋ ਤਾਂ ਬ੍ਰੇਕਅਪ ਪੁੱਛ ਲਓ ਯਾਰ, ਕਿੱਡਾ ਕੁ ਵੱਡਾ ਮਸਲਾ ਹੈ। ਮੈਂ ਉਹੀ ਪੁੱਛਿਆ ਕਿ ਜਿੱਦਾਂ ਆਪਾਂ ਕਹਿ ਲਈਏ ਕਿ ਆਪਾਂ ਕਹਿੰਦੇ ਨੇ ਕਿ ਈਜ਼ੀ ਕੁਆਟਰ 'ਚ ਜਿਹੜੀਆਂ ਫੀਸਾਂ ਦੇ ਸਕਦੇ ਹਾਂ ਆਪਾਂ, ਜੇ ਉਹਦੀ ਹਾਂ ਦੇ ਸਕਦੇ। ਨਾਰਮਲੀ ਇਸ ਟਾਈਮ ਪੰਜਾਬ ਦੇ ਜਿਹੜੇ ਸਟੂਡੈਂਟਸ ਜਾਂਦੇ ਨੇ ਅੱਧੀ ਫੀਸ ਲਾਜ਼ਮੀ ਆ ਜੀ। ਸੋ ਤਕਰੀਬਨ ਤੁਹਾਨੂੰ 6 ਲੱਖ ਰੁਪਇਆ ਮੰਨ ਕੇ ਚੱਲੋ ਕਿ ਫੀਸ ਪੇ ਕਰਨੀ ਹੈ। ਉਸ ਤੋਂ ਬਾਅਦ ਤੁਹਾਡੀ ਇੰਸ਼ੋਰੈਂਸ ਆ। ਇੰਸ਼ੋਰੈਂਸ ਦੀ ਕਾਸਟ ਕੀ ਆ ਕਿ ਤੁਹਾਡੇ ਕੋਲ ਜਿੰਨੇ ਸਾਲ ਦੀ ਪੜ੍ਹਾਈ ਆ ਹਾਂਜੀ ਉਨੇ ਸਾਲ ਦੀ ਇੰਸ਼ੋਰੈਂਸ ਤੁਹਾਨੂੰ ਲੈਣੀ ਹੋਏਗੀ। ਅਗਰ ਤੁਸੀਂ 3 ਸਾਲ ਦੀ ਡਿਗਰੀ ਲਈ ਚੱਲੇ ਹੋ ਤਾਂ ਤੁਸੀਂ ਉਹ 600 ਵਾਲੇ ਜਿਹੜਾ ਅਮਾਊਂਟ ਆ ਉਹਨੂੰ 3 ਨਾਲ ਗੁਣਾ ਕਰੋਗੇ। ਅਗਰ 1 ਸਾਲ ਹੀ ਚੱਲੇ ਫਿਰ 1 ਨਾਲ ਹੀ ਗੁਣਾ ਹੋਏਗੀ ਜੀ। ਉਸ ਤੋਂ ਬਾਅਦ 34-35 ਹਜ਼ਾਰ ਦੇ ਕਰੀਬ ਤੁਹਾਡੀ ਅੰਬੈਸੀ ਦੀ ਫੀਸ ਆ ਜੀ। ਦੈਟਸ ਇਟ, ਹੋਰ ਕੋਈ ਖਰਚਾ ਹੀ ਹੈ ਨਹੀਂ ਹੈ। ਫਿਰ ਆਪਾਂ ਕਹ ਲਈਏ 7 ਲੱਖ ਜਿਹੜਾ ਉਹ ਤੁਸੀਂ ਲੈ ਕੇ ਚੱਲੋ। ਹਾਂ ਮਤਲਬ ਅਗਰ ਗ੍ਰੈਜੂਏਟ ਬੱਚਾ ਹੈ, ਅਗਰ ਗ੍ਰੈਜੂਏਟ ਬੱਚਾ ਬਿਕੋਜ਼ ਉਹਦੀ 1 ਸਾਲ ਦੀ ਫੀਸ ਜਾਏਗੀ ਤਾਂ ਉਹਦਾ ਲੱਖ ਰੁਪਏ ਦਾ ਕਰੀਬ ਖਰਚਾ ਹੋ ਗਿਆ। ਅਗਰ ਅੰਡਰ ਗ੍ਰੈਜੂਏਟ ਆ ਉਹਦਾ 2 ਲੱਖ ਪਲੱਸ ਹੋਏਗਾ ਫਿਰ ਜੀ। ਸੋ ਉਹਦਾ 8 ਲੱਖ ਰੁਪਏ ਦੇ ਕਰੀਬ ਖਰਚਾ ਹੋ ਗਿਆ ਜੀ। ਸੋ ਖਰਚੇ ਵਾਲੇ ਨਹੀਂ ਆ, ਪਰ ਜੋ ਤੁਸੀਂ ਕਿਸੇ ਨਾਲ ਪੈਕੇਜ ਕਰੋਗੇ ਤੁਸੀਂ ਡਬਲ ਭਾਸ਼ਾ ਸੁਣੋ। ਸੋ ਉਹੀ ਗੱਲ ਆ ਕਿ ਮੇਰੇ ਤੇ ਖਰਚਾ ਮੇਰਾ ਸਕਾ ਚਾਚਾ ਮਾਮਾ ਤਾਇਆ ਨਹੀਂ ਕਰਦਾ ਤੇ ਕਿਸੇ ਦੀ ਵੱਖੀਓਂ ਚ ਕੀ ਮਤਲਬ ਪੀੜ ਉੱਠੀ ਵੀ ਉਹ ਤੁਹਾਡਾ ਜਾ ਕੇ ਖਰਚਾ ਕਰ ਲਓ। ਸੋ ਇਟ ਇਜ਼ ਪਿਓਰ ਬਿਜ਼ਨਸ ਕਿ ਤੁਸੀਂ ਇੰਨੀ ਹਿੰਮਤ ਨਹੀਂ ਰੱਖਦੇ ਕਿ ਮੇਰੀ ਫਾਈਲ 'ਚ ਦਮ ਨਹੀਂ ਹੈਗਾ, ਮੇਰੀ ਪੜ੍ਹਾਈ 'ਚ ਦਮ ਨਹੀਂ ਹੈਗਾ, ਮੇਰੀ ਕਮਿਊਨੀਕੇਸ਼ਨ 'ਚ ਦਮ ਨਹੀਂ ਹੈਗਾ ਤੇ ਤੁਹਾਨੂੰ ਲੱਗਦਾ ਕਿ ਮੇਰਾ ਕਿਤੇ ਦਾ ਪੁੱਠਾ ਨਾ ਪੈ ਜੇ, ਮੇਰਾ ਰੁਪਈਆ ਨਾ ਖਰਚਿਆ ਜਾਵੇ। ਉਹਦੇ ਰੁਪਈਏ ਖਰਚਣ ਦੇ ਬਦਲੇ ਤੁਸੀਂ ਕਹਿੰਦੇ ਕੋਈ ਹੋਰ ਖਰਚੇ ਤੇ ਜਿਹੜਾ ਰੁਪਈਆ ਖਰਚੇਗਾ ਫਿਰ ਰੁਪਈਏ ਦੀ ਲੋਟਰੀ ਪਏਗੀ ਤੇ 10 ਦੀ ਤਾਂ ਨਿਕਲੇਗੀ। ਅੱਛਾ, ਜਦੋਂ ਫਿਰ ਆਪਾਂ ਗੱਲ ਕਰਦੇ ਹਾਂ ਕਿ ਪੈਸੇ ਇੰਨੇ ਕੁ ਲੱਗ ਜਾਂਦੇ ਆ, ਫਿਰ ਵਰਕ ਪਰਮਿਟ ਕਿੰਨਾ ਕੁ ਮਿਲ ਜਾਂਦਾ? ਕਿਉਂਕਿ ਹੁਣ ਵਰਕ ਪਰਮਿਟ ਵੀ ਦੇ ਰਿਹਾ ਯੂਕੇ ਤਕਰੀਬਨ 2 ਸਾਲ ਦਾ ਵਰਕ ਪਰਮਿਟ ਦਿੰਦਾ ਹੈ ਆਫਟਰ ਕੰਪਲੀਸ਼ਨ ਆਫ ਡਿਗਰੀ। ਤੁਸੀਂ ਚਾਹੇ ਅੰਡਰ ਗ੍ਰੈਜੂਏਟ ਪੜ੍ਹੇ ਆ ਚਾਹੇ ਪੋਸਟ ਗ੍ਰੈਜੂਏਟ ਪੜ੍ਹੇ ਆ, ਫਰਕ ਕੀ ਹੈ? ਤੁਸੀਂ ਚਾਹੇ +2 ਤੋਂ ਬਾਅਦ ਗਏ ਹੋ, ਤੁਹਾਡੀ 3 ਸਾਲ ਦੀ ਪੜ੍ਹਾਈ ਆ, ਇਸ ਤੋਂ ਬਾਅਦ ਵੀ 2 ਸਾਲ ਦਾ ਪਰਮਿਟ ਆ। ਤੁਸੀਂ ਇੱਥੇ BA BCom BSc ਕੁਝ ਵੀ ਕੀਤਾ ਆ, ਤੁਹਾਡੀ ਜਾ ਕੇ 1 ਸਾਲ ਦੀ ਪੜ੍ਹਾਈ ਆ, ਉਸ ਤੋਂ ਬਾਅਦ ਵੀ 2 ਸਾਲ ਦਾ ਵਰਕ ਪਰਮਿਟ। ਸੋ 2 ਸਾਲ ਦਾ ਵਰਕ ਪਰਮਿਟ ਆ ਯੂਕੇ ਦੀ ਗਵਰਨਮੈਂਟ ਦੇ ਰਹੀ ਆ। ਉਸ ਵਰਕ ਪਰਮਿਟ 'ਚ ਅਗਰ ਤੁਸੀਂ ਜੌਬਸ ਲੈ ਲਓਗੇ ਤੇ ਤੁਹਾਡੀ PR ਵੀ ਯਕੀਨੀ ਹੈ। ਬਿਕੋਜ਼ 1 ਜਨਵਰੀ 2021 ਤੋਂ ਯੂਕੇ ਦੇ ਵਿੱਚ PR ਪੁਆਇੰਟ ਬੇਸਡ ਹੋ ਗਈ ਜੀ। ਉਹਦੀ ਸਲੈਬ ਪਹਿਲਾਂ ਕਾਫੀ ਵੱਡੀ ਸੀ ਬਿਕੋਜ਼ ਟੀਅਰ 1 ਦੇ ਵਿੱਚ ਸਕਿਲਡ ਮਾਈਗ੍ਰੇਸ਼ਨ ਪਹਿਲਾਂ ਸੀਗੀ। ਸੋ ਸਕਿਲਡ ਮਾਈਗ੍ਰੇਸ਼ਨ ਕੀ ਸੀਗਾ ਕਿ ਤੁਹਾਡੇ ਕੋਲ ਇਨਕਮ ਦੀ ਸਲੈਬ ਸੀਗੀ, ਉਹ ਤਕਰੀਬਨ 35,000 ਪਾਉਂਡ ਦੇ ਕਰੀਬ ਸੀ ਕਿ ਤੁਹਾਡੇ ਕੋਲ ਸਾਲਾਨਾ ਆਮਦਨ ਹੋਣੀ। ਸੋ 35,000 ਪਾਉਂਡ ਕਾਫੀ ਜ਼ਿਆਦਾ ਆ। ਸੋ ਜਿਹੜੀ ਹੁਣ ਰਿਡਿਊਸਡ ਸਲੈਬ ਆ, ਜਿਹੜੀ ਹੁਣ PR ਲਈ ਖੋਲੀ ਗਈ ਆ, ਉਹ 20,000 ਪਾਉਂਡ ਦੇ ਉੱਪਰ ਬੇਸਿਕ ਆ ਔਰ 25,000 ਪਾਉਂਡ ਦੇ ਉੱਪਰ ਤੁਸੀਂ ਜਾਂਦੇ ਹੋ ਤੇ ਤੁਹਾਨੂੰ ਐਡੀਸ਼ਨਲ ਉਹਦੇ 0.10 ਐਕਸਟਰਾ ਮਿਲਦੇ ਆ। ਸੋ ਇਹ ਹੁਣ ਅਫੋਰਡੇਬਿਲਟੀ ਦੇ ਵਿੱਚ ਆ ਗਿਆ। ਸੋ ਸਟੂਡੈਂਟਸ ਲਈ PR ਹੁਣ ਆਸਾਨ ਹੋ ਸਕਦੀ ਆ ਆਉਣ ਵਾਲੇ ਸਮੇਂ ਦੇ ਵਿੱਚ। ਅੱਛਾ, ਜਦੋਂ ਫਿਰ ਆਪਾਂ ਗੱਲ ਕਰਦੇ ਹਾਂ ਕਿ ਜਿੱਦਾਂ ਹੁਣ ਕੋਈ ਡਿਗਰੀ ਕਰ ਰਿਹਾ ਤੇ ਡਿਗਰੀ ਦੇ ਵਿੱਚ ਵੀ ਉਹਨੂੰ ਕਿਤੇ ਕੰਮ ਕਰਨ ਦੀ ਪਰਮਿਸ਼ਨ ਹੁੰਦੀ ਹੈ? ਕੁਝ ਲੀਗਲੀ ਅਲਾਉਡ ਹੈ ਬਿਕੋਜ਼ ਅਸਲ 'ਚ ਅਸੀਂ ਇੱਕ ਸਵਾਲ ਪੁੱਠਾ ਸੁਣਿਆ ਹਮੇਸ਼ਾ ਹੀ ਜੀ। ਉਹ ਇਹ ਆ ਕਿ ਹਰ ਕੋਈ ਪੁੱਛੂਗਾ ਜੀ ਕੰਮ ਕਿੰਨਾ ਕਰ ਸਕਦੇ ਆ ਜੀ, ਔਰ ਤੁਹਾਨੂੰ ਜਵਾਬ ਮਿਲੂਗਾ 20 ਘੰਟੇ। ਔਰ ਸਾਨੂੰ ਹੁੰਦਾ ਯਾਰ 20 ਘੰਟੇ ਮਤਲਬ ਦਿਹਾੜੀ ਕੀ ਕੰਮ ਕਰੂਗਾ ਬੰਦਾ ਜੀ, ਵੀ ਜਾਂ 2 ਦਿਹਾੜੀਆਂ ਕੰਮ ਕਰੂਗਾ, ਜਦ ਕਿ ਇਹ ਪੁੱਠਾ ਆ ਜੀ। ਗੋਰਿਆਂ ਦੇ ਗਿਣਤੀ ਵਿੱਚ 5 ਦਿਨ ਨੇ ਜੀ, ਸੈਟਰਡੇ ਸੰਡੇ ਗਿਣਤੀ 'ਚ ਨਹੀਂ ਆਉਂਦੇ ਜੀ, ਰਾਈਟ। ਸੋ ਤੁਸੀਂ ਕਿਸੇ ਗੋਰੇ ਨੂੰ ਕਹੋ ਨਾ ਵੀ ਤੂੰ ਸ਼ਨੀਵਾਰ ਕੰਮ ਕਰ ਲੈ, ਐਤਵਾਰ ਕੰਮ ਕਰ ਲੈ, ਤੈਨੂੰ ਡਬਲ ਤਨਖਾਹ ਮਿਲੇਗੀ, ਨਹੀਂ ਕਰਦਾ। ਉਹ ਕੰਮ ਕਰਨ ਵਾਲੇ ਦਿਨ ਬਣੇ ਨਹੀਂ ਆ ਜੀ। ਸੋ ਉਹਨਾਂ ਦਾ ਕੀ ਆ, ਇੱਕ ਬੰਦੇ ਦੇ ਕੋਲ 5 ਦਿਨ ਨੇ ਵਰਕਿੰਗ ਜੀ, ਔਰ ਫੁੱਲ ਟਾਈਮ ਜੌਬ ਕਿੰਨੇ ਘੰਟੇ ਦੀ ਹੁੰਦੀ ਆ? 8 ਘੰਟੇ ਦੀ ਹੁੰਦੀ। ਸੋ 8 ਨੂੰ 5 ਨਾਲ ਅਗਰ ਤੁਸੀਂ ਗੁਣਾ ਕਰੋਗੇ 40 ਘੰਟੇ ਮੰਨਿਆ ਜਾਂਦਾ ਕਿ ਹਰ ਬੰਦੇ ਦੇ ਕੋਲ 40 ਘੰਟੇ ਦਾ ਸਮਾਂ ਆ। ਸੋ ਸਟੂਡੈਂਟ ਨੂੰ ਤਾਕੀਦ ਹੁੰਦੀ ਹੈ ਕਿ ਉਹਨੇ 15 ਤੋਂ 20 ਘੰਟੇ ਪੜ੍ਹਾਈ ਕਰਨੀ ਆ ਜੀ। ਸੋ ਅਗਰ ਤੁਹਾਡੇ 20 ਘੰਟੇ ਦੀ ਪੜ੍ਹਾਈ ਹੋਈ ਤੇ ਤੁਹਾਡੇ ਕੋਲ ਦਿਨ ਕਿੰਨੇ ਬਚੇ? ਤੁਹਾਡੇ ਕੋਲ ਸਿਰਫ 20 ਘੰਟੇ ਵਾਪਸ ਬਚੇ। ਸੋ ਇਸ ਕਰਕੇ ਅਸੀਂ ਹਮੇਸ਼ਾ ਬਚੇ ਦੇਖਦੇ ਹਾਂ, ਜਦ ਕਿ ਪ੍ਰੈਕਟੀਕਲੀ ਕਹਾਣੀ ਕੀ ਆ ਜੀ। ਸਟੂਡੈਂਟਸ ਦੀ ਕਲਾਸ ਲੱਗਦੀ ਹੈ ਹਫਤੇ 'ਚ ਸਿਰਫ 2 ਦਿਨ ਜੀ। 2 ਦਿਨ ਦੇ ਵਿੱਚ ਉਹਨਾਂ ਦੀ 15 ਤੋਂ 20 ਘੰਟੇ ਦੀ ਪੜ੍ਹਾਈ ਮੁਕੰਮਲ ਹੈ ਜੀ, ਤੇ 5 ਦਿਨ ਉਹਨਾਂ ਕੋਲ ਕੰਮ ਕਰਨ ਲਈ ਨੇ ਜੀ। ਹਾਂ, ਲੀਗਲੀ ਤੁਹਾਡੇ ਕੋਲ 20 ਆਵਰਸ ਹੀ ਨੇ ਬਿਕੋਜ਼ ਅਗਰ ਤੁਹਾਨੂੰ ਕੋਈ ਜੌਬ ਤੇ ਰੱਖੇਗਾ, ਔਨ ਰੋਲਸ ਰੱਖੇਗਾ, ਬੇਸਿਕ ਪੇ ਦੇਗਾ, ਤੋ ਜਿਹੜੀ ਸਲਿੱਪ ਦੇਗਾ ਜਾਂ ਤੁਹਾਨੂੰ ਪੇ ਸਲਿੱਪ ਦੇਗਾ ਉਹ ਤੁਹਾਨੂੰ 20 ਘੰਟੇ ਦੀ ਦੇਗਾ ਬਿਲਕੁਲ। ਬਟ ਜਿਹੜਾ ਉੱਪਰਲੇ ਪੈਸੇ ਨੇ ਉਹ ਤੁਹਾਨੂੰ ਫਿਰ ਕੈਸ਼ ਦੇਗਾ ਬਿਕੋਜ਼ ਸਿਸਟਮ 'ਚ ਨਹੀਂ ਦਿਖਾ ਸਕਦਾ। ਔਰ ਸਾਡੇ ਸਟੂਡੈਂਟਸ ਦੀ ਖਾਸੀਅਤ ਹੈ ਸੈਟਰਡੇ ਸੰਡੇ ਸਭ ਤੋਂ ਵੱਧ ਕੰਮ ਕਰਦੇ ਜੀ। ਬਿਲਕੁਲ, ਉਹਨਾਂ ਨੂੰ ਤਾਂ ਕੰਮ ਕਰਨ ਨਾਲ ਜ਼ਿਆਦਾ ਮਤਲਬ ਹੋ ਜਾਂਦਾ ਬਿਕੋਜ਼ ਅਸੀਂ ਘਰ ਛੱਡ ਕੇ ਗਏ ਆ। ਅਗਰ ਬੱਚੇ ਉੱਥੇ ਨੇ ਤਾਂ ਆਪਣਾ ਖਰਚਾ ਪਾਣੀ ਕੱਢਣ ਨੂੰ ਕਰਦੇ ਨੇ ਔਰ ਦੇयर ਇਜ਼ ਨਥਿੰਗ ਬੈਡ ਇਨ ਇਟ ਆਲਸੋ ਜੀ।
ਸੋ ਕਿਤੇ ਨਾ ਕਿਤੇ ਇਹ ਚੀਜ਼ ਹੈ ਕਿ ਇੰਗਲੈਂਡ ਉਹਨਾਂ ਲੋਕਾਂ ਲਈ ਚੰਗਾ ਆਪਸ਼ਨ ਆ ਜਿਹੜੇ ਆਇਲਸ ਤੋਂ ਰਹਿ ਜਾਂਦੇ ਨੇ, ਜਾਂ ਫਿਰ ਇਹ ਕਹਿ ਲਓ ਕਿ ਆਇਲਸ ਦੇ ਵਿੱਚ ਘੱਟ ਬੈਂਡ ਆਉਂਦੇ ਨੇ, ਤੇ ਕਿਤੇ ਨਾ ਕਿਤੇ ਇੱਕ ਸੇਫ ਆਪਸ਼ਨ ਵੀ ਹੈ। ਔਰ ਜੇ ਤੁਸੀਂ ਚੰਗੇ ਰਾਹ ਚੱਲਦੇ ਹੋ, ਸਹੀ ਰਾਹ ਚੱਲਦੇ ਹੋ, ਤਾਂ ਫਿਰ PR ਦੇ ਵੀ ਚਾਂਸਸ ਹੈਗੇ। ਇੰਗਲੈਂਡ ਨੂੰ ਅਗਰ ਕਨਕਲੂਡ ਕਰਨਾ ਹੋਵੇ ਸਾਫ਼ ਸ਼ਬਦਾਂ 'ਚ, ਅਸੀਂ ਇਦਾਂ ਕਹਿ ਸਕਦੇ ਹਾਂ, ਇੰਗਲੈਂਡ ਬਿਨਾਂ ਆਇਲਟਸ ਜਾਣਾ ਅੱਜ ਵੀ ਪੋਸੀਬਲ ਹੈ ਜੀ, ਪਰ ਬਿਨਾਂ ਅੰਗਰੇਜ਼ੀ ਪੋਸੀਬਲ ਨਹੀਂ ਆ। ਸੋ ਅੰਗਰੇਜ਼ੀ ਦੀ ਲੋੜ ਹੈਗੀ ਆ, ਉਹ ਅੱਜ ਵੀ ਹੈਗੀ ਤੇ ਕੱਲ ਵੀ ਹੈਗੀ। ਸੋ ਜਿਹੜੇ ਲੋਕੀ ਸਮਝਦੇ ਨੇ ਕਿ ਆਇਲਸ ਜਿਹੜਾ ਹੈ ਉਹ ਤੋਂ ਜਾਨ ਛੁੱਟ ਗਈ, ਚਲੋ ਇੱਕ ਤਰੀਕੇ ਨਾਲ ਪੇਪਰ ਤੋਂ ਜਾਨ ਛੁੱਟ ਗਈ ਹੈ ਜਨਾਬ, ਪਰ ਤੁਹਾਡੀ ਜਾਨ ਜਿਹੜੀ ਹੈ ਅੰਗਰੇਜ਼ੀ ਤੋਂ ਨਹੀਂ ਛੁੱਟੀ। ਸੋ ਆਪਣੀ ਅੰਗਰੇਜ਼ੀ ਨੂੰ ਪੋਲਿਸ਼ ਕਰ ਲਓ, ਉਸ ਤੋਂ ਬਾਅਦ ਇੰਗਲੈਂਡ ਦੇ ਦਰਵਾਜ਼ੇ ਖੁੱਲ੍ਹੇ ਨੇ। ਔਰ ਰਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਖੈਰ ਸਰ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ।